ਇਹ ਜਿਹੜੀ ਮੁਹਿੰਮ ਸੀ, ਇਹ ਮੁਹਿੰਮ ਬਿਲਕੁਲ ਹੀ ਕਿਸੇ ਧਰਮ ਦੇ ਜਾਤ ਦੇ ਖਿਲਾਫ ਨਹੀਂ ਸੀ। ਮੈਂ ਇਹ ਗੱਲ ਕਰਦਾ ਕਿ ਸੰਤਾਂ ਦੀ ਸ਼ਖਸੀਅਤ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਬੜੀ ਬਾਕਮਾਲ ਹੈ। ਉਹਦਾ 38 ਸਾਲ ਹੋ ਗਏ, ਉਹ ਜਿਹੜਾ ਸਾਡੇ ਤੇ ਹਮਲਾ ਹੋਇਆ, ਉਸ ਹਮਲੇ ਦਾ ਨਸੂਰ ਅੱਜ ਤੱਕ ਰਸਣੋਂ ਹਟ ਨਹੀਂ ਰਿਹਾ। ਉਹਦਾ ਦਰਦ ਅੱਜ ਵੀ ਜਾਰੀ ਹੈ। ਭਾਰਤ ਸਰਕਾਰ ਵੱਲੋਂ ਹਮੇਸ਼ਾ ਇਹ ਜਿਹੜਾ ਨੈਰੇਟਿਵ ਖੜਾ ਕੀਤਾ ਗਿਆ ਕਿ ਧਰਮ ਦੀ ਆੜ ਹੇਠ ਸਿਆਸਤ ਕੀਤੀ ਗਈ ਹੈ, ਭਾਵੇਂ ਉਹ ਸੰਤ ਜਰਨੈਲ ਸਿੰਘ ਸੀਗੇ, ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਉਹ ਸ਼੍ਰੋਮਣੀ ਕਮੇਟੀ ਸੀ। ਅਸੀਂ ਉਹਨੇ ਮੈਚਿਓਰ ਨਹੀਂ ਸੀਗੇ, ਅਸੀਂ ਤਾਂ ਸਿਰਫ ਸੰਤ ਦੀ ਸ਼ਖਸੀਅਤ ਦੇ ਸ਼ਦਾਈ ਸੀਗੇ। ਸਾਨੂੰ ਹੋਰ ਕੋਈ ਸੰਤਾਂ ਦੀ ਜਿਹੜੀਆਂ ਤਕਰੀਰਾਂ ਤੁਸੀਂ ਸੁਣੀਆਂ, ਉਹਨਾਂ ਦੇ ਵਿੱਚੋਂ ਉਵੇਂ ਦੀ ਉਵੇਂ ਤੁਹਾਨੂੰ ਕੋਈ ਗੱਲਾਂ ਚੇਤੇ ਹੋਣ ਜਾਂ ਕੋਈ ਵਾਕ ਚੇਤੇ ਹੋਵੇ ਜਾਂ ਕੋਈ ਘਟਨਾ ਚੇਤੇ ਹੋਵੇ, ਮੈਂ ਚਾਹਾਂਗਾ ਉਹ ਜ਼ਰੂਰ ਸਾਂਝੀ ਦੇਖੋ। ਜਿਵੇਂ ਕਹਿੰਦੇ ਹੁੰਦੇ ਆ, ਅਨੰਦਪੁਰ ਦੇ ਮਤੇ ਦੀ ਗੱਲ ਖੋਹ ਕੇ ਉਹਨਾਂ ਨੇ ਪੰਜਾਬ ਦੀ ਗੱਲ ਨਹੀਂ ਸੀ ਕੀਤੀ, ਉਹਨਾਂ ਨੇ ਹਿੰਦੁਸਤਾਨ ਦੀ ਗੱਲ ਕੀਤੀ, ਹਿੰਦੁਸਤਾਨ ਦੇ ਲੋਕਾਂ ਨੂੰ ਵੱਧ ਕਰ ਦੇਣ ਦੀ ਗੱਲ ਕੀਤੀ। ਜਦੋਂ ਅਸੀਂ ਮਿਲਾਵਟ ਕਰਨ ਦੀ ਗੱਲ ਕਰਦੇ ਹਾਂ, ਫਿਰ ਸਾਡਾ ਹਸ਼ਰ ਉਹ ਹੁੰਦਾ, ਕਿਉਂਕਿ ਮੈਂ ਅਕਾਲੀ ਦਲ ਨਾਲ ਜੁੜਿਆ ਹਾਂ ਅੱਜ ਦੇ ਸਮੇਂ 'ਚ। ਅਕਾਲੀ ਦਲ ਦਾ ਜਿਹੜਾ ਇਹ ਹਸ਼ਰ ਹੋਇਆ, ਇਹ ਹਸ਼ਰ ਉਸ ਕਾਰਨਾਂ ਕਰਕੇ ਹੋਇਆ ਕਿ ਅਸੀਂ ਇਹਨਾਂ ਗੱਲਾਂ ਨੂੰ, ਪੰਥ ਨੂੰ, ਪੰਥਕ ਰਵਾਇਤਾਂ ਨੂੰ, ਪੰਥਕ ਪਰੰਪਰਾਵਾਂ ਨੂੰ ਅਸੀਂ ਥੋੜ੍ਹਾ ਜਿਹਾ ਭੁੱਲ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਵਰਤਾਰੇ ਨੂੰ ਗਹਿਰਾਈ ਨਾਲ ਸਮਝਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਵੇਲੇ ਦੇ ਚਸ਼ਮਦੀਦਾਂ ਦੇ ਨਾਲ, ਉਸ ਵੇਲੇ ਦੇ ਯੋਧਿਆਂ ਦੇ ਨਾਲ ਰਾਬਤਾ ਬਣਾਈਏ ਅਤੇ ਉਹਨਾਂ ਤੋਂ ਜਾਣੀਏ ਕਿ ਅਸਲ ਸੱਚਾਈ ਕੀ ਸੀ। ਤਾਂ ਹੀ ਕਰਕੇ ਜਿਹੜੀ ਉਹ ਅਸਲ ਤਸਵੀਰ ਹੈ ਸਾਡੇ ਸਾਹਮਣੇ ਪੇਸ਼ ਹੋ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ 1984 ਅਨਟੋਲਡ ਸਟੋਰੀਜ਼ ਦੇ ਨਾਮ ਹੇਠ, ਜਿਸ ਤਹਿਤ ਅਸੀਂ ਵੱਖ-ਵੱਖ ਉਸ ਲਹਿਰ ਦੇ ਯੋਧਿਆਂ ਦੇ ਨਾਲ ਤੇ ਉਸ ਲਹਿਰ ਦੇ ਵਿੱਚ ਜਿਹੜੇ ਚਸ਼ਮਦੀਦ ਸੀ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਉਸ ਪੀੜ ਨੂੰ ਹੰਢਾਇਆ ਜਾਂ ਦੇਖਿਆ, ਅਸੀਂ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਹਾਂ। ਇਸੇ ਕੜੀ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਗਰੇਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਬੜੀ ਵੱਡੀ ਪੀੜ ਜਿਹੜੀ ਘੱਲੂਘਾਰੇ ਦੇ ਰੂਪ ਦੇ ਵਿੱਚ ਕੌਮ ਨੇ ਹੰਢਾਈ ਹੈ, ਆਪਣੇ ਪਿੰਡੇ ਤੇ ਦਰਬਾਰ ਸਾਹਿਬ ਤੇ ਹਮਲਾ, ਅਕਾਲ ਤਖਤ ਸਾਹਿਬ ਤੇ ਹਮਲਾ, ਸੰਤਾਂ ਮਹਾਂਪੁਰਖ, ਕਿੰਨੇ ਹੀ ਨੌਜਵਾਨ ਜਿਹੜੇ ਉਸ ਲਹਿਰ ਦੇ ਵਿੱਚ ਸ਼ਹੀਦ ਹੋ ਗਏ। ਅਸੀਂ ਤੁਹਾਡੇ ਨਜ਼ਰੀਏ ਤੋਂ, ਤੁਹਾਡੇ ਜਿੱਥੇ ਤੁਸੀਂ ਖੜੇ ਸੀਗੇ ਜਿਸ ਧਰਾਤਲ ਤੇ ਉਸ ਵੇਲੇ, ਉਸ ਨਜ਼ਰੀਏ ਤੋਂ ਜਾਣਨਾ ਚਾਹੁੰਦੇ ਹਾਂ ਇਸ ਲਹਿਰ ਨੂੰ। ਵੱਡਾ ਕਿਉਂਕਿ ਤੁਹਾਡਾ ਯੋਗਦਾਨ ਰਿਹਾ ਫੈਡਰੇਸ਼ਨ ਦੇ ਵਿੱਚ, ਸੰਤਾਂ ਦੇ ਨਾਲ ਤੁਸੀਂ ਉਹਨਾਂ ਦਾ ਨਿੱਘ ਮਾਣਿਆ ਹੈਗਾ। ਤੁਹਾਡੇ ਜੀਵਨ ਦੀ ਸ਼ੁਰੂਆਤ ਹੈ ਜਿਹੜੀ ਸੰਖੇਪ ਰੂਪ ਦੇ ਵਿੱਚ ਸੰਗਤਾਂ ਨੂੰ ਦੱਸਿਓ ਕਿਵੇਂ ਹੁੰਦੀ ਹੈ, ਫਿਰ ਅਸੀਂ ਸੰਘਰਸ਼ੀ ਜੀਵਨ ਵੱਲ ਆਉਂਦੇ ਹਾਂ। ਬਹੁਤ ਸੁੰਦਰ ਗੱਲ ਤੁਸੀਂ ਸ਼ੁਰੂ ਕੀਤੀ ਹੈ ਕਿ ਜਿਹੜਾ 84 ਦਾ ਵੱਡਾ ਜੰਗ ਹੈ, ਇਹਨੂੰ ਜੰਗ ਕਹਿ ਲੈਂਦੇ ਹਾਂ, ਉਹਦੇ 'ਚ ਤੁਸੀਂ ਮੈਨੂੰ ਦੋ ਸ਼ਬਦ ਵਰਤੇ ਨੇ। ਇੱਕ ਮੈਂ ਸ਼ਬਦ ਵਰਤਿਆ ਕਿ ਮੈਂ ਚਸ਼ਮਦੀਦ ਹਾਂ, ਦੂਸਰਾ ਸ਼ਬਦ ਵਰਤਿਆ ਯੋਧਾ। ਦਰਅਸਲ ਇਹ ਯੋਧਾ ਤਾਂ ਮੈਂ ਹੈ ਨਹੀਂ, ਮੈਂ ਤਾਂ ਇੱਕ ਸਿਪਾਹੀ ਸੀ, ਉਹ ਵੀ ਬਣਨ ਦੀ ਕੋਸ਼ਿਸ਼ ਕੀਤੀ। ਯੋਧੇ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸਵੇਗ ਸਿੰਘ ਜੀ, ਹੋਰ ਅਨੇਕਾਂ ਸੂਰਬੀਰ ਯੋਧੇ ਰਹੇ, ਜਿਨ੍ਹਾਂ ਨੂੰ ਅਸੀਂ ਜੂਨ ਦੇ ਮਹੀਨੇ ਵਿੱਚ ਅਸੀਂ ਯਾਦ ਵੀ ਕਰਦੇ ਹਾਂ, ਉਹਨਾਂ ਨੂੰ ਸਨਮਾਨਿਤ ਵੀ ਕਰਦੇ ਹਾਂ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਸ ਕੜੀ ਨਾਲ ਅਸੀਂ ਕਿਵੇਂ ਜੁੜੇ, ਉਹ ਗੱਲ ਇਸ ਤਰ੍ਹਾਂ ਦੀ ਹੈ ਕਿ ਪਰਿਵਾਰਕ ਪਿਛੋਕੜ ਜਿਹੜਾ ਵਾ ਉਹ ਤੁਹਾਨੂੰ ਜਿਹੜਾ ਸਹੀ ਜੋੜਦਾ ਜੀ। ਅੱਜ ਦੀ ਪੀੜ੍ਹੀ ਨੂੰ ਵੀ ਇਹ ਗੱਲ ਦੇਖ ਲੈਣੀ ਚਾਹੀਦੀ ਆ, ਕਿਉਂਕਿ ਜਿਹੜੇ ਮਾਂ-ਬਾਪ ਤੋਂ ਜਿਹੋ ਜਿਹੇ ਸੰਸਕਾਰ ਮਿਲਦੇ ਆ, ਉਹਨਾਂ ਸੰਸਕਾਰਾਂ ਨੂੰ ਤੁਸੀਂ ਅੱਗੇ ਲੈ ਕੇ ਜਾਂਦੇ ਹੋ। ਮੇਰਾ ਜਨਮ ਭਾਵੇਂ 62 ਸੰਨ ਦਾ, ਅਤੇ ਸਾਡਾ ਪਰਿਵਾਰ ਜਿਹੜਾ ਸੰਤ ਮਹਾਂਪੁਰਸ਼ਾਂ ਦੀ ਸੇਵਾਦਾਰ ਦਾ ਸੀਗਾ।
ਉਸ ਸਮੇਂ ਸੁੱਚੀ ਭਾਵਨਾ, ਗੁਰੂ ਸਾਹਿਬ ਪ੍ਰਤੀ ਸੁੱਚੀ ਭਾਵਨਾ, ਗੁਰੂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮਾਣ ਅਤੇ ਸਨਮਾਨ ਦੇਣਾ, ਅਤੇ ਭੈ, ਇਹ ਸੰਤ ਮਹਾਂਪੁਰਸ਼ਾਂ ਦੀ ਇੱਕ ਬਿਰਤੀ ਹੈ ਕਿ ਉਹ ਗੁਰੂ ਪ੍ਰਤੀ ਇੱਕ ਭੈ ਪੈਦਾ ਕਰਦੇ ਆ ਅਤੇ ਸਤਿਕਾਰ ਪੈਦਾ ਕਰਦੇ। ਜੇ ਭੈ ਪੈਦਾ ਹੋਵੇ, ਭਾਵ ਨਹੀਂ ਪੈਦਾ ਹੁੰਦੀ। ਜਦੋਂ ਗੁਰੂ ਦਾ ਸਤਿਕਾਰ ਕਰਾਂਗੇ ਅਤੇ ਫਿਰ ਗੁਰੂ ਦੇ ਅਸਥਾਨ ਦਾ ਵੀ ਸਤਿਕਾਰ ਕਰਾਂਗੇ। ਇਹ ਚੀਜ਼ਾਂ ਜਿਹੜੀਆਂ ਸਾਨੂੰ ਮੁੱਢ 'ਚ ਸਾਡੇ ਮਾਂ-ਬਾਪ ਤੋਂ ਸੁਣਨ ਨੂੰ ਮਿਲੀਆਂ, ਖਾਸ ਤੌਰ 'ਤੇ ਮੈਂ ਆਪਣੀ ਮਾਤਾ ਦੀ ਗੱਲ ਕਰ ਰਿਹਾ। ਚਲੋ ਪੜ੍ਹਾਈ ਵੀ ਸਾਡੀ ਉਹੋ ਜਿਹੀ ਪਰਵਰਿਸ਼ 'ਚ ਹੋਈ ਕਿ ਸਿੱਖੀ ਮਾਹੌਲ ਸੀਗਾ। ਉਸ ਤੋਂ ਬਾਅਦ ਜਿਹੜੀ ਅਸਲ ਗੱਲ ਜਿਹੜੀ ਸ਼ੁਰੂ ਹੁੰਦੀ ਆ ਕਿ 82 ਦੇ ਕਰੀਬ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਿਹੜੀ ਕਹਿ ਲਓ ਵੀ ਮੁਹਿੰਮ ਆ, ਜਿਹੜੀ ਉਹ ਸਿੱਖੀ ਦੇ ਵਾਸਤੇ, ਸਿੱਖੀ ਹੱਕਾਂ ਦੇ ਵਾਸਤੇ ਉਹਨਾਂ ਦੀ ਜਿਹੜੀ ਮੁਹਿੰਮ ਸੀ ਉਹ ਸਾਡੇ ਤੱਕ ਪਹੁੰਚਦੀ ਹੈ। ਭਾਵੇਂ ਕਿ ਇਹ ਗੱਲ ਤਾਂ 78 ਤੋਂ ਸ਼ੁਰੂ ਹੋਈ ਜੀ, ਪਰ ਫਿਰ ਵੀ ਇਹ ਗੱਲ ਚੱਲਦੀ ਜਦੋਂ ਫੈਡਰੇਸ਼ਨ ਦਾ ਆਰੰਭ ਹੁੰਦਾ ਖਾਲਸਾ ਕਾਲਜ ਵਿੱਚ, ਭਾਈ ਅਮਰੀਕ ਸਿੰਘ ਉਹਨਾਂ ਦਾ ਪ੍ਰਧਾਨ ਬਣਦੇ ਨੇ। ਉਸ ਤੋਂ ਬਾਅਦ ਇਹ ਜਿਹੜੀ ਫੈਡਰੇਸ਼ਨ ਹੈ, ਇਹ ਜਿਹੜੀ ਗਾਹਾਂ ਦੀ ਗਾਹਾਂ ਪੰਜਾਬ ਦੇ ਅੰਦਰ ਇਹ ਫੈਲਦੀ ਹੈ ਜੀ। ਮੈਂ ਇਤਫਾਕਨ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਵਿਦਿਆਰਥੀ ਸੀ, ਇੰਜੀਨੀਅਰਿੰਗ ਦਾ ਵਿਦਿਆਰਥੀ ਸੀ, ਅਤੇ ਸਬੱਬ ਨਾਲ ਜਿਹੜਾ ਕਾਲਜ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਉਹਦੇ ਵਿੱਚ ਜਿਹੜਾ ਸਿੱਖ ਕੋਟਾ ਵਾ ਮਿਨੋਰਟੀਜ਼ ਦੇ ਹੋਣ ਕਰਕੇ ਉਹਦੇ 'ਚ 50% ਜਿਹੜੇ ਸਿੱਖ ਬੱਚਿਆਂ ਨੂੰ ਮਿਲਦਾ, ਅੱਜ ਵੀ ਮਿਲਦਾ, ਭਾਵੇਂ ਬੜਾ ਦਿਖਾਂਤ ਹੈ ਕਿ ਓਨੇ ਬੱਚੇ ਨਹੀਂ ਕਰਦੇ। ਉਹ ਮੈਂ ਉੱਥੋਂ ਦਾ ਵਿਦਿਆਰਥੀ ਸੀ ਅਤੇ ਉਹ ਸੈਂਟਰ ਸੀਗਾ ਇਸ ਸਾਰੀ ਕਹਿ ਲਓ ਵੀ ਇਸ ਮੁਹਿੰਮ ਦਾ ਜੀ। ਇਹ ਜਿਹੜੀ ਮੁਹਿੰਮ ਸੀ, ਇਹ ਮੁਹਿੰਮ ਬਿਲਕੁਲ ਹੀ ਕਿਸੇ ਧਰਮ ਦੇ, ਜਾਤ ਦੇ ਖਿਲਾਫ ਨਹੀਂ ਸੀ। ਇਹ ਇੱਕ ਹੱਕਾਂ ਦੀ ਲੜਾਈ ਸੀ, ਮੈਂ ਸੰਘਰਸ਼ ਕਹਿ ਲਾਂ, ਲੜਾਈ ਸੀ। ਇਹ ਸੰਤਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਸੀ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਕੋਈ ਬੋਲੀ ਦਾ ਮੁੱਦਾ ਹੋਵੇ, ਚਾਹੇ ਕੋਈ ਸਾਡੇ 'ਤੇ ਕਿਸੇ ਤਰ੍ਹਾਂ ਦਾ ਸਿੱਖੀ ਪਹਿਰਾਵੇ 'ਤੇ ਹਮਲਾ ਹੋਵੇ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਾ ਉਹਨਾਂ ਸਮਿਆਂ 'ਚ ਵਰਤ ਰਹੀਆਂ ਸੀ ਜੀ। ਉਸ ਸਮੇਂ ਸੰਤਾਂ ਨੇ ਇਸ ਗੱਲ ਦੀ ਮੁਹਿੰਮ ਚਲਾਈ, ਜਿਹਦੇ ਵਿੱਚ ਫੈਡਰੇਸ਼ਨ ਦਾ ਬਹੁਤ ਵੱਡਾ ਰੋਲ ਸੀ। ਭਾਵੇਂ ਕਿ ਉਸ ਤੋਂ ਬਾਅਦ ਉਹਨੂੰ ਇਹ ਧਰਮਯੋਧ ਮੋਰਚੇ 'ਚ ਇਹ ਜਿਹੜੀ ਗੱਲ ਤਬਦੀਲ ਹੋ ਗਈ, ਜਿਹਦੇ 'ਚ ਅਕਾਲੀ ਦਲ ਵੀ ਸ਼ਾਮਲ ਹੋਇਆ, ਲੌਂਗੋਵਾਲ, ਸੰਤ ਲੌਂਗੋਵਾਲ ਉਹਦੇ ਸ਼ਾਮਲ ਹੋਏ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਇਹਨਾਂ ਦੋਨਾਂ ਦੀ ਕਹਿ ਲਓ ਵੀ ਸ਼ਖਸੀਅਤਾਂ ਤੋਂ ਜਿਹੜੀ ਇਹ ਲੜਾਈ ਜਿਹੜੀ ਆ ਧਰਮਯੁੱਧ ਮੋਰਚਾ ਕਾਫੀ ਲੰਬਾ ਸਮਾਂ ਚੱਲਿਆ। ਮੈਂ ਇਹ ਗੱਲ ਕਰਦਾ ਕਿ ਸੰਤਾਂ ਦੀ ਸ਼ਖਸੀਅਤ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਬੜੀ ਬਾਕਮਾਲ ਹੈ। ਸੰਤ ਮਹਾਂਪੁਰਖ ਸਾਰੇ ਸਨਮਾਨਯੋਗ ਹੈ, ਅੱਜ ਵੀ ਬਹੁਤ ਮਹਾਂਪੁਰਖ ਨੇ, ਪਹਿਲਾਂ ਵੀ ਬੜੀਆਂ ਸੇਵਾਵਾਂ ਕੀਤੀਆਂ। ਪਰ ਇਹ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਨਾ, ਇਹ ਗੱਲ 38 ਸਾਲ ਪੁਰਾਣੀ ਹੈ। 38 ਸਾਲ ਪਹਿਲਾਂ ਜਿਹੜਾ ਇੱਥੇ ਬਲੂ ਸਟਾਰ ਆਪਰੇਸ਼ਨ, ਜਿਹਨੂੰ ਦਿੱਲੀ ਦੀ ਸਰਕਾਰ ਨੇ ਨਾਮ ਦਿੱਤਾ, ਨੀਲਾ ਤਾਰਾ ਨਾਮ ਦਿੱਤਾ, ਉਹਦਾ 38 ਸਾਲ ਹੋ ਗਏ। ਉਹ ਜਿਹੜਾ ਸਾਡੇ 'ਤੇ ਹਮਲਾ ਹੋਇਆ, ਉਸ ਹਮਲੇ ਦਾ ਨਸੂਰ ਅੱਜ ਤੱਕ ਰਸਣੋਂ ਹਟ ਨਹੀਂ ਰਿਹਾ, ਉਹਦਾ ਦਰਦ ਅੱਜ ਵੀ ਜਾਰੀ ਆ। ਇਹਦੇ ਦੂਜੇ ਪਾਸੇ 38 ਸਾਲ ਬੀਤਣ ਦੇ ਬਾਵਜੂਦ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਹੜੇ ਕਿ ਇਹ ਸਾਰੀ ਸੰਘਰਸ਼ ਦੇ ਕਹਿ ਲਓ ਵੀ ਕੇਂਦਰ ਬਿੰਦੂ ਸੀ, ਦੋਨਾਂ ਦੀ ਅਹਿਮੀਅਤ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ, ਕੌਮ ਨੂੰ ਵੀ ਸਮਝਣੀ ਚਾਹੀਦੀ ਆ, ਅਤੇ ਜਿਹੜੇ ਵਾਰ ਕਰਦੇ ਨੇ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ 38 ਸਾਲ ਬਾਅਦ ਵੀ ਇਹ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਡਰ ਰਹੀ ਹੈ ਸਰਕਾਰ। ਇਹ ਜਿਹੜੇ ਆਪਣੇ ਕਵੀਸ਼ਰ ਗਾਉਂਦੇ ਆ, ਹੋਰ ਕਰਦੇ ਆ, ਇਹ ਚੀਜ਼ ਜਿਹੜੀ ਆ ਅੱਜ ਸਾਨੂੰ ਸਾਰਿਆਂ ਨੂੰ ਇਹਦੀ ਪੜਚੋਲ ਕਰਨੀ ਚਾਹੀਦੀ ਆ। ਇਹ ਗੱਲ ਕਿਉਂ ਜਾਗਦੀ ਆ ਅਤੇ ਉਹ ਦਰਦ ਕਿਉਂ ਹਾਲੇ ਤੱਕ ਜਿਹੜਾ ਉਹ ਆ। ਤੁਸੀਂ ਇੱਕ ਗੱਲ ਕੀਤੀ ਆਪਣੇ ਪਰਿਵਾਰ ਦੀ ਕਿ ਮੇਰੇ ਸੰਘਰਸ਼ ਵਿੱਚ ਆਉਣ ਦਾ ਜਾਂ ਇਸ ਲਹਿਰ ਦੇ ਵਿੱਚ ਪੈਣ ਦਾ ਕਾਰਨ ਜਿਹੜਾ ਸੀਗਾ, ਮੇਰੇ ਪਰਿਵਾਰ ਦੇ ਵਿੱਚ ਜਿਹੜੀਆਂ ਲੱਗੀਆਂ ਜੜ੍ਹਾਂ ਸੀਗੀਆਂ ਗੁਰਬਾਣੀ ਨਾਲ ਜਾਂ ਮਹਾਂਪੁਰਸ਼ਾਂ ਨਾਲ। ਮੈਂ ਇਸੇ ਨਾਲ ਕੋਰਿਲੇਟ ਕਰਨਾ ਚਾਹੁੰਦਾ ਪੂਰੇ ਸੰਘਰਸ਼ ਨੂੰ ਕਿ ਉਦੋਂ ਜਦੋਂ ਪੰਜਾਬ ਦੀ ਧਰਤੀ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ, ਕਿ ਉਦੋਂ ਵੀ ਅਜਿਹੀਆਂ ਜੜ੍ਹਾਂ ਜਿਹੜੀਆਂ ਉਹ ਮਹਾਂਪੁਰਖਾਂ ਦੇ ਨਾਲ, ਗੁਰਬਾਣੀ ਦੇ ਨਾਲ, ਬਾਣੀ ਬਾਣੇ ਦੇ ਨਾਲ ਜਿਹੜੀਆਂ ਪੱਕੀਆਂ ਹੋਈਆਂ ਸੀਗੀਆਂ। ਇਸੇ ਕਰਕੇ ਇੰਨਾ ਵੱਡਾ ਸੰਘਰਸ਼ ਹੈ ਜਿਹੜਾ ਸਿੱਖ ਲੜ ਸਕੇ। ਦੇਖੋ, ਬਿਲਕੁਲ ਮੈਂ ਤਾਂ ਇਸ ਗੱਲ ਲਈ ਸਮਝਦਾ, ਸਿਆਸੀ ਤੌਰ 'ਤੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਸ ਪੰਜਾਬ ਦੇ ਵਿੱਚ ਸਿਆਸਤ ਦੇ ਤੌਰ 'ਤੇ ਆਗੂ ਹੋਣਗੇ, ਪਰ ਜਿਹੜਾ ਕੌਮ ਦੀ ਅਗਵਾਈ ਕਰ ਸਕਦਾ ਨਾ, ਉਹ ਕੌਮ ਦੀ ਅਗਵਾਈ ਕਰਨ ਵਾਲਾ ਅਧਿਆਤਮਿਕ ਤੌਰ 'ਤੇ ਪਰਪੱਕ ਹੋਏਗਾ ਅਤੇ ਉਹ ਕੌਮ ਦੀ ਸੱਚੀ ਅਗਵਾਈ ਕਰ ਸਕਦਾ। ਪਿਛਲੇ ਸਮਿਆਂ 'ਚ ਤੁਸੀਂ ਦੇਖ ਲਓ, ਕਹਿੰਦੇ ਵੀ ਜਿੰਨੇ ਆਪਣੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ, ਜਰਨੈਲ ਹੋਏ,
ਉਹ ਸਾਰੇ ਜੀਵਨ ਪੱਖੋਂ ਬਾਣੀ ਪੱਖੋਂ ਬੜੇ ਪਰਪੱਕ ਸਨ। ਅਸੀਂ ਤਾਂ ਉਹਨਾਂ ਨੂੰ ਸੁਣਿਆ ਵਾ, ਪਰ ਦੇਖਣ ਵਾਲੀ ਗੱਲ ਤਾਂ ਸਿਰਫ ਅਸੀਂ ਤਾਂ ਜੋ ਸੰਤ ਭਿੰਡਰਾਂਵਾਲਾ ਨੂੰ ਦੇਖਿਆ ਕਿ ਜ਼ਿਕਰ ਹੁੰਦਾ ਕਿ ਉਹ ਬਹੁਤ ਜ਼ਿਆਦਾ ਗੰਭੀਰ ਅਵਸਥਾ 'ਚ ਰਹਿੰਦੇ ਸੀ, ਬਾਣੀ ਬਹੁਤ ਪੜ੍ਹਦੇ ਸੀ, ਪਾਠ ਬਹੁਤ ਕਰਦੇ ਸੀ। ਈਵਨ ਕਿ ਇਹ ਵੀ ਦੱਸਦੇ ਆ ਕਿ ਇਹ ਸਰੋਵਰ ਵਿੱਚ ਉਹਨਾਂ ਨੇ ਚਲੇ ਜਾਣਾ, ਜਾ ਕੇ ਖੜ੍ਹ ਕੇ ਉਹਨਾਂ ਨੇ ਕਿੰਨੇ ਕਿੰਨੇ ਘੰਟੇ ਪਾਠ ਕਰਨੀ। ਇਹ ਗੱਲ ਤਾਂ ਬਿਲਕੁਲ ਮੰਨਣੀ ਚਾਹੀਦੀ ਆ ਅਤੇ ਮੰਨਣੀ ਹੈ ਕਿ ਜਿਹੜਾ ਵੀ ਕੌਮ ਦੀ ਅਗਵਾਈ ਕਰੇਗਾ ਜਰਨੈਲ ਦੇ ਤੌਰ 'ਤੇ, ਉਹ ਅਧਿਆਤਮਿਕ ਤੌਰ 'ਤੇ ਬਾਣੀ ਅਤੇ ਬਾਣੇ ਦੇ ਤੌਰ 'ਤੇ ਪਰਪੱਕ ਹੋਏਗਾ, ਉਹੀ ਸਹੀ ਅਗਵਾਈ ਕਰੇਗਾ ਅਤੇ ਉਹੀ ਸਹੀ ਜਿਵੇਂ ਕਹਿੰਦੇ ਹੁੰਦੇ ਆ ਯੋਜਨਾਬੰਦੀ ਕਰੇਗਾ। ਅਤੇ ਸਾਨੂੰ ਜੇ ਕਹਿ ਲਈਏ ਵੀ ਜੇ ਕੋਈ ਪ੍ਰਾਪਤੀ ਹੋਊਗੀ ਤਾਂ ਐਸੀ ਅਗਵਾਈ ਵਿੱਚ ਹੀ ਕੋਈ ਨਾ ਕੋਈ ਪ੍ਰਾਪਤੀ ਹੋ ਸਕਦੀ ਆ। ਇਹ ਪਹਿਲਾਂ ਵੀ ਸੀ, ਅੱਜ ਵੀ ਆ ਅਤੇ ਗਾਂਹ ਵੀ ਐਵੇਂ ਹੋਏਗਾ। ਇੱਕ ਅਖੀਰਲਾ ਸਵਾਲ ਜਰਨਲ ਤੌਰ ਤੇ ਲੈ ਕੇ ਮੈਂ ਤੁਹਾਡੇ ਜੀਵਨ ਵੱਲ ਆਉਂਦਾ। ਭਾਰਤ ਸਰਕਾਰ ਵੱਲੋਂ ਹਮੇਸ਼ਾ ਇਹ ਜਿਹੜਾ ਨੈਰੇਟਿਵ ਖੜਾ ਕੀਤਾ ਗਿਆ ਕਿ ਧਰਮ ਦੀ ਆੜ ਹੇਠ ਸਿਆਸਤ ਕੀਤੀ ਗਈ ਹੈ, ਭਾਵੇਂ ਉਹ ਸੰਤ ਜਰਨੈਲ ਸਿੰਘ ਸੀਗੇ, ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਉਹ ਸ਼੍ਰੋਮਣੀ ਕਮੇਟੀ ਸੀਗੀ। ਦੇਖੋ, ਇਹ ਤਾਂ ਇੱਕ ਸਿੱਖਾਂ ਦੀ ਇਸ ਸ਼ਕਤੀ ਨੂੰ ਅਤੇ ਸਿੱਖਾਂ ਦੇ ਸਿਧਾਂਤ ਨੂੰ ਜਿਵੇਂ ਕਹਿੰਦੇ ਹੁੰਦੇ ਆ ਨੀਵਾਂ ਦਿਖਾਉਣ ਵਾਲੀ ਗੱਲ ਆ। ਹੁਣ ਜਿਹੜੇ ਇਸ ਦੇਸ਼ ਦੇ ਅੰਦਰ ਬਹੁਗਿਣਤੀ ਲੋਕ ਵਸ ਰਹੇ ਨੇ, ਕੀ ਉਹ ਕ੍ਰਿਸ਼ਨ ਅਵਤਾਰ ਜਿਹੜੇ ਕ੍ਰਿਸ਼ਨ ਜੀ ਆ ਉਹਨੂੰ ਆਪਣਾ ਆਕਾ ਨਹੀਂ ਮੰਨਦੇ? ਕ੍ਰਿਸ਼ਨ ਜੀ ਮਹਾਭਾਰਤ ਦੇ ਯੁੱਧ ਦੇ ਵਿੱਚ ਨੇ ਅਤੇ ਉੱਥੇ ਉਹ ਗੀਤਾ ਦਾ ਉਚਾਰਨ ਕਰਦੇ ਨੇ। ਉਹ ਤੀਰ ਨਹੀਂ ਚਲਾਉਂਦੇਗੇ, ਪਰ ਤੀਰ ਵਾਲਿਆਂ ਦੇ ਰਥਵਾਕ ਬਣਦੇ ਨੇ, ਉਹਨਾਂ ਦੇ ਰਥ ਚਲਾਉਂਦੇ ਨੇ। ਉਹ ਕਿਵੇਂ ਵੱਖ ਹੋ ਗਿਆ ਜੀ? ਸਿਆਸਤ ਅਤੇ ਧਰਮ ਕਿਵੇਂ ਵੱਖ ਹੋ ਗਿਆ? ਜੇ ਰਾਮਚੰਦਰ ਜੀ ਦੀ ਗੱਲ ਕਰਦੇ, ਉਹ ਇੱਕ ਰਾਜੇ ਸਨ, ਉਹ ਰਾਜੇ ਵੀ ਸਨ ਅਤੇ ਉਹਨਾਂ ਨੇ ਕਿ ਨਾ ਲੰਕਾ 'ਤੇ ਚੜ੍ਹਾਈ ਵੀ ਕੀਤੀ ਆ। ਉਹਨਾਂ ਦੇ ਕਹਿਣ ਮੁਤਾਬਕ ਜਾਂ ਮਿੱਥ ਦੇ ਮੁਤਾਬਕ ਰਾਵਣ ਨੂੰ ਮਾਰਨ ਦੀ ਗੱਲ ਕੀਤੀ ਆ। ਉਹ ਇੱਕ ਧਾਰਮਿਕ ਅਵਤਾਰ ਵੀ ਸਨ ਅਤੇ ਉਹ ਆਪਣੇ ਆਪ ਦੇ ਵਿੱਚ ਇੱਕ ਸ਼ਕਤੀ ਵੀ ਸੀ ਉਹਨਾਂ ਦੇ ਕੋਲ, ਰਾਜ ਦੀ ਸ਼ਕਤੀ ਦੇ ਨਾਲ ਜਿਹੜੀ ਕਹਿ ਲਓ ਵੀ ਉਹ ਸ਼ਕਤੀ ਵੀ ਸੀ। ਹੁਣ ਉਹਨਾਂ ਨੂੰ ਕਿਵੇਂ ਦੋ ਪਾਸੇ ਕਰ ਸਕਦੇ ਆਪਾਂ ਜੀ? ਇਹ ਗੱਲਾਂ ਤਾਂ ਸਾਡੇ ਸਿਰਫ ਸਿਧਾਂਤ ਜਿਹੜਾ ਸਾਡਾ ਉਹ ਏਡਾ ਕੁ ਮਹਾਨ ਹੈ ਅਤੇ ਏਡਾ ਕੁ ਵਡਮੁੱਲਾ ਹੈ। ਮੈਂ ਸਮਝਦਾ ਵੀ ਮੈਂ ਆਪਦੀ ਗੱਲ ਕਰਦਾ ਕਿ ਅਸੀਂ ਉਹ ਸਿਧਾਂਤ ਦੀ ਪੜਚੋਲ ਉਨੀ ਡੂੰਘਾਈ ਤੱਕ ਉਹਨੇ ਪੰਨੇ ਉਹਨੇ ਪਰਤਾ ਨਹੀਂ ਖੋਲ੍ਹ ਸਕੇ ਹੋਵਾਂਗੇ। ਦੁਨੀਆ ਨੇ ਉਸ ਨੂੰ ਵੇਖ ਲਿਆ, ਸਾਡੇ ਵਿਰੋਧੀ ਨੇ ਵੀ ਵੇਖ ਲਿਆ। ਉਹ ਦੇਖਦਾ ਕਿ ਇਹ ਚੀਜ਼ ਇੰਨੀ ਕੁ ਮਹਾਨ ਹੈ ਜਿਹੜੀ ਸਥਾਪਤੀ ਕੀਤੀ ਆ ਖਾਲਸਾ ਕਨਸੈਪਟ, ਅਤੇ ਖਾਲਸੇ ਦੇ ਫਲੀਭੂਤ ਹੋਣ ਤੋਂ ਪਹਿਲਾਂ ਉਹਦੀ ਬੁਨਿਆਦ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਿਵੇਂ ਸੰਵਾਦ ਸ਼ੁਰੂ ਹੋਇਆ, ਸੰਵਾਦ ਤੋਂ ਬਾਅਦ ਕੁਰਬਾਨੀ ਹੁੰਦੀ ਆ, ਕੁਰਬਾਨੀ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੁੰਦੀ ਆ, ਉੱਥੇ ਮੀਰੀ ਤੇ ਪੀਰੀ ਦੀ ਗੱਲ ਆਉਂਦੀ ਆ, ਸ਼ਾਂਤਮਈ ਨੌਵੇਂ ਪਾਤਸ਼ਾਹ ਕਿ ਨਾ ਕਿਸੇ ਧਰਮ ਨੂੰ ਬਚਾਉਣ ਦੀ ਗੱਲ ਵੀ ਕਰਦੇ ਆ, 10ਵੇਂ ਪਾਤਸ਼ਾਹ ਆਪਣਾ ਸਾਰਾ ਪਰਿਵਾਰ ਜ਼ੁਲਮ ਤੇ ਜ਼ਬਰ ਲਈ ਕੁਰਬਾਨ ਕਰਦੇ ਨੇ। ਇਹ ਉਦੋਂ ਬਾਅਦ ਸਾਨੂੰ ਇੱਕ ਗੁਰੂਆਂ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੌਰ 'ਤੇ ਮਾਨਵਤਾ ਨੂੰ ਦਿੱਤੇ ਜਾਂਦੇ ਨੇ, ਜਿਸ 'ਚੋਂ ਸਾਰਾ ਕੁਛ ਹਰ ਚੀਜ਼, ਹਰ ਮਨੁੱਖ, ਹਰ ਵਰਗ, ਹਰ ਵਰਣ, ਹਰ ਵਿਅਕਤੀ ਹਰ ਤਰ੍ਹਾਂ ਦੀ ਗੱਲ ਉੱਥੋਂ ਖੋਜ ਸਕਦਾ ਜਿਹੜਾ ਵੀ ਖੋਜਣਾ ਚਾਹਵੇ। ਉਹ ਮੈਂ ਇਹ ਗੱਲ ਕਰਦਾ ਸੀ ਕਿ ਇਹ ਜਿਹੜਾ ਸਾਡਾ ਸਿਧਾਂਤ ਆ ਇਸ ਦਾ ਤੁੱਲ ਕੋਈ ਨਹੀਂ ਜੀ। ਮੈਂ ਇੱਥੇ ਕੋਈ ਕਿਸੇ ਧਰਮ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ, ਪਰ ਸਮੇਂ ਦੀ ਗੱਲ ਹੁੰਦੀ ਆ ਕਿ ਜਦੋਂ ਕੋਈ ਯੁੱਗ ਰਹੇ, ਉਹਨਾਂ ਯੁੱਗਾਂ 'ਚ ਉਹ ਅਵਤਾਰ ਰਹੇ। ਅੱਜ ਦੇ ਯੁੱਗ ਦੇ ਅੰਦਰ, ਕਲਯੁੱਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਸਾਹਿਬ ਨੇ ਇੱਥੇ ਆ ਕੇ ਜਿਹੜੀ ਸਾਨੂੰ ਸੇਧ ਦਿੱਤੀ ਹੈ ਕਲਯੁੱਗ ਦੇ ਵਿੱਚ, ਇਹ ਸਿੱਖ ਪਰੰਪਰਾ ਅਤੇ ਖਾਲਸੇ ਦੀ ਜਿਹੜੀ ਰਹਿਤ ਅਤੇ ਖਾਲਸੇ ਦੀਆਂ ਜਿਹੜੀਆਂ ਜਿਵੇਂ ਕਹਿੰਦੇ ਹੁੰਦੇ ਆ ਰਹੁ ਰੀਤਾਂ ਨਾਲ, ਉਸੇ ਨਾਲ ਹੀ ਧਰਮ ਜਿਹੜਾ ਵਾ ਉਹ ਪ੍ਰਫੁੱਲਤ ਹੋ ਗਿਆ। ਇਹ ਗੱਲ ਸਾਡੇ ਵਿਰੋਧੀ ਨੇ ਵੀ ਦੇਖ ਲਈ ਆ ਅਤੇ ਸਾਡੇ ਹਮਾਇਤੀ ਨੇ ਵੀ ਦੇਖ ਲਈ ਆ। ਵਿਰੋਧੀ ਇਹਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਹਮਾਇਤੀ ਇਹਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦਾ। ਇਸ ਚੀਜ਼ ਦੀ ਲੜਾਈ ਮਤਲਬ ਜਿਸ ਕੋਲ ਤਾਕਤ ਹੈ ਉਸ ਕੋਲ ਇਹ ਹੱਕ ਵੀ ਹੋ ਜਾਂਦਾ ਹੈ ਆਪ ਮੁਹਾਰੇ ਲਿਆ ਕਿ ਉਹ ਦੂਜਿਆਂ ਨੂੰ ਪ੍ਰਭਾਸ਼ਿਤ ਕਰਦੇ। ਇਸੇ ਪਰਿਭਾਸ਼ਾ ਦੇ ਵਿੱਚ ਜਿਹੜਾ ਸਿੱਖਾਂ ਨੂੰ ਐਵੇਂ ਪ੍ਰਭਾਸ਼ਿਤ ਕੀਤਾ ਗਿਆ। ਦੋ ਗੱਲਾਂ ਨੇ। ਇੱਕ ਗੱਲ ਤਾਂ ਇਹ ਹੈ ਕਿ ਜੈਲਸੀ ਹੈ, ਇੱਕ ਗੱਲ ਇਹ ਹੈ ਕਿ ਉਹਨਾਂ ਨੂੰ ਖਤਰਾ ਹੈ ਇਸ ਗੱਲ ਦਾ ਕਿ ਇਹਨਾਂ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਜਿਹੜੀ ਆ ਉਹ ਇਹ ਇੱਕ ਬਹੁਤ ਵੱਡੀ ਇੱਕ ਸ਼ਕਤੀ ਬਣ ਜਾਊਗੀ, ਵਿਸ਼ਵ ਸ਼ਕਤੀ ਬਣ ਸਕਦੀ। ਇਹ ਹਿੰਦੁਸਤਾਨ ਦੀ ਗੱਲ ਕਰੀਏ, ਹਿੰਦੁਸਤਾਨ 'ਚ ਬੈਠੇ ਲੋਕ ਜਿਹੜੇ ਆ ਉਹ ਅੱਜ ਹਿੰਦੂ ਰਾਸ਼ਟਰ ਦਾ ਨਾਅਰਾ ਲਾਉਂਦੇ ਆ। ਉਹ ਇਹ ਸੋਚਦੇ ਆ, ਜਿਹੜਾ ਕਿ ਉਹਨਾਂ ਦੇ ਮਨ ਦਾ ਇੱਕ ਗਲਤ ਫਹਿਮੀ ਆ ਕਿ ਜੇ ਸਿੱਖ ਦਾ ਕਨਸੈਪਟ ਅਸੀਂ ਨਾ ਮਾਰਿਆ ਤਾਂ ਸ਼ਾਇਦ ਸਾਡਾ ਹਿੰਦੂ ਰਾਸ਼ਟਰ ਨਹੀਂ ਬਣੇਗਾ ਅਤੇ ਸਾਡੇ 'ਤੇ ਹਾਵੀ ਹੋ ਜਾਣਗੇ, ਜਦੋਂ ਕਿ ਇਹ ਉਹਨਾਂ ਦੀ ਵੱਡੀ ਗਲਤੀ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਜੇ ਆਪਾਂ 84 ਦੀ ਗੱਲ ਕਰਦੇ ਹਾਂ, 84 ਵੇਲੇ ਇੰਦਰਾ ਗਾਂਧੀ ਨੇ ਇਹ ਗੱਲ ਸੋਚੀ
ਤੇ ਪਰ ਉਹਦਾ ਹਸ਼ਰ ਕਿਹੜਾ ਮਾੜਾ ਹੋਇਆ। ਬਿਲਕੁਲ ਜਿਹੜੇ ਹੁਣ ਇਹ ਗੱਲ ਸੋਚਣਗੇ ਟੱਕਰ ਦੇ, ਜੇ ਇਸ ਨੂੰ ਟੱਕਰ ਲੈਣਗੇ, ਕਿਉਂਕਿ ਸਿਧਾਂਤਕ ਤੌਰ ਤੇ ਇਹਦਾ ਮੁਕਾਬਲਾ ਕੋਈ ਨਹੀਂ। ਇਸ ਗੱਲ ਦੇ ਮੁਕਾਬਲੇ ਵਿੱਚ ਜਦੋਂ ਕਿ ਸੰਵਾਦ ਹੋਊਗਾ, ਵਿਚਾਰ ਹੋਊਗਾ, ਵਿਚਾਰ ਦੇ ਵਿੱਚ ਸਿੱਖਾਂ ਦੀ ਇਸ ਸਿਧਾਂਤ ਨੂੰ ਕੋਈ ਤੁੱਲ ਨਹੀਂ ਹੈਗਾ। ਤੇ ਇਸ ਕਰਕੇ ਕਈ ਵਾਰੀ ਉਹ ਆਪਣੇ ਆਪ ਨੂੰ ਹੀਣ ਭਾਵਨਾ ਸਮਝ ਲੈਂਦੇ ਆ, ਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਅੱਜ ਸਾਡੇ ਕੋਲ ਸੱਤਾ ਜਾਂ ਤਾਕਤ ਆ ਜਾਂ ਪਾਵਰ ਆ, ਅਸੀਂ ਇਹਨਾਂ ਨੂੰ ਖਤਮ ਕਰਨ ਦੀ ਗੱਲ ਕਰੀਏ। ਜਿਹੜੀ ਗੱਲ ਇੱਥੇ 84 ਵੇਲੇ ਦਿਖਾਈ ਦਿੱਤੀ ਸੀ, ਉਹ ਚਾਹੇ ਇੰਦਰਾ ਗਾਂਧੀ ਦੇ ਰੂਪ ਵਿੱਚ ਇਸ ਹਿੰਦੁਸਤਾਨ ਦੇ ਬਹੁਗਿਣਤੀ ਲੋਕਾਂ ਦੀ ਭਾਵਨਾ ਸੀ, ਤੇ ਚਾਹੇ ਅੱਜ ਇੱਥੇ ਜਿਹੜੇ ਕਹਿ ਲਓ ਵੀ RSS ਵਰਗੀਆਂ ਕੰਮ ਜਿਹੜੀਆਂ ਹਿੰਦੂ ਰਾਸ਼ਟਰ ਦੀਆਂ ਜਿਹੜੀਆਂ ਕੱਟੜ ਜਿਹੜੀਆਂ ਹੈਗੇ ਲੋਕ ਨੇ, ਉਹ ਉਹਨਾਂ ਦੇ ਮਨ ਦੇ ਵਿੱਚ ਚਾਹੇ ਅੱਜ ਦੇ ਸਮੇਂ 'ਚ ਭਾਵਨਾਵਾਂ, ਇਹ ਹੈ ਸਾਰੀ ਕੁਝ ਇੱਕੋ ਹੀ ਹੈ। ਇਸ ਵੱਡੀ ਤਾਕਤ ਦੇ ਨਾਲ ਸੰਤ ਜਰਨੈਲ ਸਿੰਘ ਉਹਨਾਂ ਨੇ ਟੱਕਰ ਲਈ। ਬਹੁਤ ਜੇ ਗਿਣਤੀ ਮਾਤਰ ਦੇਖੀਏ ਤਾਂ ਬਹੁਤ ਨਿਗੂਣੀ ਗਿਣਤੀ ਦੇ ਵਿੱਚ ਸਿੱਖ ਸੀਗੇ, ਪਰ ਫਿਰ ਵੀ ਉਹਨਾਂ ਨੇ ਟੱਕਰ ਲਈ। ਤੁਸੀਂ ਸੰਤ ਜਰਨੈਲ ਸਿੰਘ ਨੂੰ ਸਭ ਤੋਂ ਪਹਿਲਾਂ ਕਿਵੇਂ ਮਿਲਦੇ ਹੋ? ਤੁਹਾਡੀ ਉਹਨਾਂ ਨਾਲ ਮਿਲਣੀ ਦੇ ਜਾਂ ਸਾਰੇ ਉਸ ਸਫ਼ਰ ਦੇ ਕੀ ਅਹਿਸਾਸ ਨੇ, ਤੇ ਤੁਹਾਡਾ ਜਿਹੜਾ ਸੰਘਰਸ਼ਮਈ ਜੀਵਨ ਹੈ ਉਸ ਦੇ ਵਿੱਚ ਕਿਹੜੇ ਬਿਰਤਾਂਤ, ਕਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਉਹ ਜ਼ਰੂਰ ਸਾਂਝੀ ਕਰਿਓ। ਦੇਖੋ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਨਾਨਕਸਰ ਵਾਲੇ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਜੀ। ਉਹ ਵੀ ਉਹਨਾਂ ਨੂੰ ਬੜਾ ਸਤਿਕਾਰ ਦਿੰਦੇ ਸੀ। ਅਸੀਂ ਉੱਥੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦੇ ਹੁੰਦੇ ਸੀ। ਉੱਥੇ ਮੈਂ ਪਹਿਲੇ ਦਰਸ਼ਨ ਕੀਤੇ ਆ ਜਦੋਂ ਸੰਤ ਫਿਰੋਜ਼ਪੁਰ ਦੀ ਜੇਲ੍ਹ ਚੋਂ ਰਿਹਾ ਹੋ ਕੇ ਆਏ ਆ। ਬਾਬਾ ਕੁੰਦਨ ਸਿੰਘ ਜੀ ਨੇ ਸੰਤਾਂ ਨੂੰ ਆਪਦੇ ਸਿਰਹਾਣੇ ਵਾਲੇ ਪਾਸੇ ਬਿਠਾਇਆ। ਕਿਉਂਕਿ ਇੱਕ ਸੰਤ ਬ੍ਰਹਮ ਗਿਆਨੀ ਜਿਹੜਾ, ਉਹ ਬ੍ਰਹਮ ਗਿਆਨੀ ਦੀ ਪਛਾਣ ਕਰ ਸਕਦਾ। ਸਾਨੂੰ ਇਹਨਾਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਉਹਨਾਂ ਦਾ ਬੜਾ ਸਤਿਕਾਰ ਕੀਤਾ ਉਹਨੇ। ਉਦੋਂ ਬਾਅਦ ਸਮਾਂ ਚੱਲਦਾ ਗਿਆ, ਸੰਘਰਸ਼ ਤੁਰਿਆ, ਲਹਿਰ ਤੁਰੀ, ਸੰਤਾਂ ਦੀ ਸ਼ਖਸੀਅਤ ਸਾਡੇ ਸਾਰਿਆਂ ਦੇ ਸਾਹਮਣੇ ਆਉਣ ਲੱਗੀ। ਹੱਕਾਂ ਦੀ ਗੱਲ ਪੰਜਾਬ ਦੇ ਅੰਦਰ ਮੁਹਿੰਮ ਸ਼ੁਰੂ ਹੋਈ। ਉਹ ਮੁਹਿੰਮ ਫੈਡਰੇਸ਼ਨ ਦੇ ਤੌਰ ਤੇ ਹੋਈ। ਫੈਡਰੇਸ਼ਨ ਦੇ ਯੂਨਿਟ ਅਸੀਂ ਸਾਡਾ ਇਲਾਕਾ ਜਗਰਾਉਂ ਸੀਗਾ, ਅਸੀਂ ਆਪਣੇ ਆਪ ਹੀ ਸਥਾਪਿਤ ਕਰ ਲਈ। ਸਾਨੂੰ ਕੋਈ ਮੰਨ ਲਓ ਸਥਾਪਿਤ ਕਰਨ ਨਹੀਂ ਆਇਆ, ਕਿਉਂਕਿ ਜਜ਼ਬਾ ਹੀ ਇਸ ਤਰ੍ਹਾਂ ਦਾ ਸੀ। ਸੰਤਾਂ ਦੀ ਸ਼ਖਸੀਅਤ 38 ਸਾਲ ਨਾ ਮਰਨ ਦਾ ਕਾਰਨ ਇੱਕ ਹੈ ਕਿ ਉਹਨਾਂ ਦੀ ਕਹਿਣੀ ਤੇ ਕਰਥਨੀ ਇੱਕੋ ਹੀ ਸੀਗੀ। ਇਹੀ ਕਾਰਨ ਹੈ ਕਿ 38 ਸਾਲ ਬਾਅਦ ਉਹਨਾਂ ਦੀ ਗੱਲ ਨਹੀਂ ਮਰ ਰਹੀ। ਉਹਨਾਂ 'ਚ ਦੋ ਗੱਲਾਂ ਨਹੀਂ ਸੀ। ਜਦੋਂ ਇਸ ਤਰ੍ਹਾਂ ਦੀ ਜੀਵਨ ਵਾਲਾ ਵਿਅਕਤੀ ਕੋਈ ਲਾਮਬੰਦੀ ਕਰਦਾ, ਕੋਈ ਸੰਘਰਸ਼ ਆਰੰਭ ਕਰਦਾ, ਫਿਰ ਲੋਕ ਆਵਾਮ, ਫਿਰ ਉਹਦੀ ਕਹੀ ਹੋਈ ਗੱਲ ਦੇ ਵਿੱਚ ਬੜੀ ਵੱਡੀ ਇੱਕ ਤਾਕਤ ਹੁੰਦੀ ਹੈ, ਅਸਰ ਹੁੰਦਾ, ਪ੍ਰਭਾਵ ਹੁੰਦਾ, ਜਿਹੜਾ ਤੁਹਾਡੇ ਸਿੱਧਾ ਤੁਹਾਡੇ 'ਤੇ ਅਸਰ ਕਰਦਾ। ਉਹ ਉਸ ਸਮੇਂ ਫੈਡਰੇਸ਼ਨ ਦੇ ਅਸੀਂ ਯੂਨਿਟ ਸਥਾਪਿਤ ਕੀਤੇ। ਉਦੋਂ ਬਾਅਦ ਸੰਤਾਂ ਵੱਲੋਂ ਕਾਲ ਆਉਣੀ, ਕਿਸੇ ਦਿਨ ਬੰਦ ਦੀ ਕਾਲ ਆ ਗਈ ਜਾਂ ਹੋਰ ਕੋਈ ਆ ਗਈ। ਸਭ ਤੋਂ ਵੱਡੀ ਗੱਲ ਜਿਹੜੀ ਮੂਵਮੈਂਟ ਸੀ, ਉਸ ਮੂਵਮੈਂਟ ਦੇ ਵਿੱਚ ਮੈਂ ਸਮਝਦਾ ਕਿ ਇੰਨੀ ਇੱਕ ਰੂਹਾਨੀਅਤ ਭਰੀ ਹੋਈ ਸੀ, ਤੇ ਉਹੀ ਗੱਲ ਕਿ ਭਗਤੀ ਤੇ ਸ਼ਕਤੀ ਦਾ ਸੁਮੇਲ ਸੀ। ਇਸ ਦਰਬਾਰ ਸਾਹਿਬ ਦੇ ਅੰਦਰ ਜਥੇ ਆਉਣੇ ਸ਼ੁਰੂ ਹੋਏ। ਸੰਤਾਂ ਦਾ ਜਿਹੜਾ ਲੰਗਰ ਦੇ ਉੱਪਰਲੇ ਪਾਸੇ ਪ੍ਰੋਗਰਾਮ ਹੁੰਦਾ ਸੀ, ਜਥੇ ਆਉਂਦੇ ਹੁੰਦੇ ਸੀ। ਉਹ ਜਥੇ ਅਸੀਂ ਵੀ ਆਪਦੇ ਬਾਰੀ ਸਿਰ, ਅਸੀਂ ਵੀ ਆਪਦੇ ਇਲਾਕੇ 'ਚ ਜਥਾ ਲਿਆਉਣਾ। ਉਹ ਜਥਿਆਂ ਨੇ ਇੱਥੇ ਆਉਣਾ, ਸੰਤਾਂ ਨਾਲ ਗੱਲ ਕਰਨੀ, ਸੰਤਾਂ ਦੇ ਬਚਨ ਸੁਣਨੇ। ਉਹਨਾਂ ਨੇ ਇਹ ਗੱਲ ਕਰਨੀ ਵੀ ਜੇ ਕੋਈ ਸਮਾਂ ਬਣਿਆ ਕਿ ਸਾਡੇ 'ਤੇ ਇਹ ਜਿਹੜੇ ਹਮਲਾ ਕਰੇਗੀ, ਫੌਜ ਕਰਦੀ ਹੈ ਜਾਂ ਕੋਈ ਵੀ ਕਰਦਾ, ਤਾਂ ਅਸੀਂ ਉਸ ਹਮਲੇ ਦੇ ਖਿਲਾਫ ਆ ਕੇ ਖੜਨਾ। ਇਹ ਸਾਡਾ ਇੱਥੇ ਬਲੂ ਸਟਾਰ 'ਚ ਪਹੁੰਚਣ ਦਾ ਇਹ ਕਾਰਨ ਸੀਗਾ ਕਿ ਸੰਤਾਂ ਨੇ ਉਦੋਂ ਮਰਜੀ ਵੜਿਆਂ ਦੀ, ਭਾਵੇਂ ਅਸੀਂ ਮਰੇ ਤਾਂ ਨਹੀਂ, ਸਾਡੀ ਇਹਦੀ ਬਦਕਿਸਮਤੀ ਲਾ ਲਓ, ਸਾਨੂੰ ਮੌਤ ਨਹੀਂ ਆਈ। ਸ਼ਹੀਦ ਸੀਗੇ ਜਿਨ੍ਹਾਂ ਦੇ ਹਿੱਸੇ ਆਈ ਇਹ ਜਿਹੜੀ ਸ਼ਹਾਦਤ ਹਿੱਸੇ ਆਈ, ਸਾਡੇ ਨਹੀਂ ਹਿੱਸੇ ਆਈ। ਅਸੀਂ ਮਾੜੇ ਕਰਮ ਸਮਝਦੇ ਆਪਣੇ ਆਪ ਨੂੰ, ਪਰ ਚਲੋ ਖੈਰ ਅਸੀਂ ਇਸ ਕਰਕੇ ਆਏ ਕਿ ਉਦੋਂ ਇੱਕ ਬੜਾ ਵਧੀਆ, ਬਹੁਤ ਵੱਡਾ ਮਾਹੌਲ ਹੁੰਦਾ ਸੀ। ਸੰਗਤ ਆਉਂਦੀ ਸੀ, ਆ ਕੇ ਇੱਥੇ ਰਹਿੰਦੀ ਸੀ। ਸੰਤਾਂ ਤੋਂ ਜਿਹੜਾ ਦੀਵਾਨ ਸਜਦਾ ਸੀ, ਉਹ ਰਾਤ ਨੂੰ ਉਹ ਦਰਬਾਰ ਸਾਹਿਬ ਦੇ ਅੰਦਰ ਪਹਿਰਾ ਦਿੰਦੇ ਸੀ ਜੀ, ਪੂਰਾ ਘੁੰਮ ਫਿਰ ਕੇ ਪਹਿਰਾ ਦਿੰਦੇ ਸੀ, ਤਾਂ ਕਿ ਕੋਈ ਵੀ ਜਿਹੜਾ ਬਾਹਰੀ ਸ਼ਕਤੀ ਆ ਕੇ ਕਿਸ ਤਰ੍ਹਾਂ ਦਾ ਕੋਈ ਹਮਲਾ ਨਾ ਕਰ ਸਕੇ। ਸਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਸੰਤਾਂ ਨੂੰ ਬਹੁਤ ਦੇਰ ਪਹਿਲਾਂ ਪਤਾ ਸੀ ਕਿ ਇਸ ਤਰ੍ਹਾਂ ਦਾ ਹਮਲਾ ਹੋ ਸਕਦਾ। ਉਹ ਇਸ ਤਰ੍ਹਾਂ ਦਾ ਸੋਚਦੇ ਸੀ ਕਿ ਕੋਈ ਪੈਰਾਸ਼ੂਟ ਰਾਹੀਂ ਆ ਸਕਦੇ ਆ, ਕੋਈ ਹੋਰ ਆ ਸਕਦੇ। ਮਤਲਬ ਸਿੱਖ ਜਿਹੜੇ ਸੀ ਇੰਨੇ ਚਕੰਨੇ ਹੋ ਕੇ ਆਪਣੇ ਗੁਰਧਾਮ ਦੀ ਰਾਖੀ ਕਰਨ ਦੀ ਉਹਦੇ ਅੰਦਰ ਭਾਵਨਾ ਪੈਦਾ ਕੀਤੀ ਸੰਤਾਂ ਨੇ। ਠੀਕ ਹੈ ਨਾ, ਜਿਹੜੀ ਚੀਜ਼ ਹੋਣੀ ਚਾਹੀਦੀ, ਜਿਹੜੀ ਸਾਡੀ ਵਿਰਾਸਤ ਦਾ ਹਿੱਸਾ। ਜੇ ਅਸੀਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹਾਂ, ਇੰਨਾ ਬਜ਼ੁਰਗ ਕਿੱਥੋਂ ਚੱਲ ਕੇ ਉਹਨਾਂ ਨੇ ਕਿਉਂ ਇੱਥੇ ਕੁਰਬਾਨੀ ਦਿੱਤੀ, ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਮਿਸਾਲ ਆ ਕਿ ਉਹਨਾਂ ਨੇ ਕਿਹਾ ਕਿ ਗੁਰਧਾਮਾਂ ਦੀ
ਪਵਿੱਤਰਤਾ ਨੂੰ ਕਾਇਮ ਰੱਖਣਾ ਸੀ। ਇਹ ਇੱਕ ਕਨਸੈਪਟ ਆ ਸਿੱਖੀ ਦਾ, ਜਿਹਦੇ ਕਰਕੇ ਇਹ ਜਿਹੜੀ ਸਿੱਖੀ ਨਹੀਂ ਮਰ ਰਹੀ ਇਸ ਟਾਈਮ। ਇਹ ਚੀਜ਼ ਜਿਹੜੀ ਆ ਸੰਤਾਂ ਨੇ ਕੌਮ ਦੇ ਅੰਦਰ ਇਹ ਗੱਲ ਭਰ ਦਿੱਤੀ ਸੀ। ਤੇ ਉਸ ਮੌਕੇ ਦੇ ਭਾਵੇਂ ਇੱਥੇ ਦੇ ਹਾਲਾਤ ਜਿਹੜੇ ਆ ਉਹ ਥੋੜ੍ਹੇ ਜਿਹੇ ਖਿਲਾਫ ਹੋ ਗਏ, ਕਿਉਂਕਿ ਜਿਹੜੀ ਉਦੋਂ ਦੀ ਸਿਆਸਤ ਸੀਗੀ ਉਹਨਾਂ ਨੂੰ ਫਿਕਰਬੰਦੀ ਹੋ ਗਈ, ਜਾਂ ਉਹ ਡਰ ਗਏ, ਜਾਂ ਕਿਸੇ ਪ੍ਰਭਾਵ 'ਚ ਆ ਗਏ, ਤੇ ਸੰਤਾਂ ਦੀ ਭਾਵੇਂ ਵਿਰੋਧਤਾ ਕਰਦੇ ਰਹੇ, ਪਰ ਕੌਮ ਦੇ ਅੰਦਰ ਇੱਕ ਤਰਫਾ ਸੰਤਾਂ ਦੇ ਪ੍ਰਤੀ ਜਿਹੜਾ ਪਿਆਰ ਸੀ, ਸਤਿਕਾਰ ਸੀ, ਜਿਹੜੀ ਕਿ ਇੱਕ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ 'ਚ ਕਿਸੇ ਪ੍ਰਤੀ ਇੰਨੀ ਭਾਵਨਾ ਦੇ ਸਤਿਕਾਰ ਮੇਰੀ ਜ਼ਿੰਦਗੀ ਦੇ 59 ਸਾਲਾਂ ਦੇ ਵਿੱਚ ਮੈਂ ਅੱਜ ਤੱਕ ਕਿਸੇ ਦੀ ਨਹੀਂ ਦੇਖੀ। ਇਤਿਹਾਸ ਸਿਰਫ ਸੁਣੀ ਹੈ। ਇਸੇ ਕੱਦ ਦੀ ਸ਼ਖਸੀਅਤ ਹੈ ਜਿਹੜੀ ਉਹ ਜੰਗ ਦੇ ਵਿੱਚ ਪੂਰੀ ਕੌਮ ਨੂੰ ਲਾਮਬੰਦ ਕਰ ਰਹੀ ਸੀ, ਤੇ ਇਸੇ ਕਰਕੇ ਇੰਨੀ ਵੱਡੀ ਤਾਕਤ ਨਾਲ ਆ ਜਿਹੜਾ ਮੱਥਾ ਲਾਇਆ ਗਿਆ। ਤੁਸੀਂ ਦੱਸਦੇ ਸੀ ਕਿ ਇੱਥੇ ਲਿਆਉਣ ਦੀ ਜ਼ਿੰਮੇਵਾਰੀ ਜਿਹੜੀ ਤੁਹਾਡੀ ਹੁੰਦੀ ਸੀਗੀ ਫੈਡਰੇਸ਼ਨ ਦੇ ਤੌਰ ਤੇ, ਇਹ ਹਰੇਕ ਇਲਾਕੇ ਦੇ ਵਿੱਚ ਹੁੰਦਾ ਸੀ ਕਿ ਫੈਡਰੇਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹ ਜੱਥਾ ਲੈ ਕੇ ਆਉਣਗੇ ਇੱਥੇ? ਹਾਂ ਬਿਲਕੁਲ, ਫੈਡਰੇਸ਼ਨ ਦੇ ਤੇ ਸਿੱਧੇ ਤੌਰ ਤੇ ਜਿਵੇਂ ਜਿਹੜੇ ਜੁੜੇ ਸੀਗੇ ਸੰਤਾਂ ਦੇ ਨਾਲ ਜੁੜੇ ਸੀ, ਉਸ ਤਰ੍ਹਾਂ ਦੇ ਜਿਹੜੇ ਪਰਿਵਾਰ ਸੀ, ਉਸ ਤਰ੍ਹਾਂ ਦੇ ਕਹਿ ਲਓ ਸੀਗੇ, ਜਿਵੇਂ ਟਕਸਾਲ ਨਾਲ ਜੁੜੇ ਲਾ ਲਓ, ਜਾਂ ਬਹੁਤ ਸਾਰੇ ਲੋਕ ਆਪ ਮੁਹਾਰੇ ਸੀਗੇ ਜੀ। ਤੇ ਫੈਡਰੇਸ਼ਨ ਦਾ ਸੀਗਾ ਕਿ ਯੂਨਿਟ ਆਰਗੇਨਾਈਜ਼ ਕਰ ਲੈਂਦੇ ਸੀ। ਸੋ ਇਸ ਤਰ੍ਹਾਂ ਸਾਰੇ ਪੰਜਾਬ 'ਚ ਆਉਂਦੇ ਸੀ, ਬੜੀ ਵੱਡੀ ਇਹੀ ਚੀਜ਼ ਸੀ ਜਿਹੜੀ ਜਿਹਨੇ ਸਿੱਖ ਕੌਮ ਦੇ ਅੰਦਰ ਇੱਕ ਸਪਿਰਿਟ ਪੈਦਾ ਕੀਤੀ। ਤੁਸੀਂ ਦੇਖੋ ਕਿ 1977 ਦੇ ਅੰਦਰ ਕਾਮਰੇਡ ਮੂਵਮੈਂਟ ਬਹੁਤ ਵੱਡੇ ਪੱਧਰ ਤੇ ਇੱਥੇ ਸੀਗੀ। ਉਸ ਕਾਮਰੇਡ ਮੂਵਮੈਂਟ ਦੇ ਵਿੱਚ ਸਿੱਖ ਜਿਹੜੇ ਸੀਗੇ, ਅਸੀਂ ਸਾਰੇ, ਮੈਂ ਵੀ ਉਹ 'ਚ ਸੀਗਾ, ਭਾਵੇਂ ਅਸੀਂ ਛੋਟੇ ਸੀਗੇ, ਉਹਦੇ ਵਿੱਚ ਅਸੀਂ ਸ਼ਾਮਲ ਹੋਏ, ਕਿਉਂਕਿ ਜਿਹੜੀ ਇਹ ਧਰਤੀ ਆ, ਜਿਹੜੀ ਇਹ ਮਿੱਟੀ ਆ, ਇਹ ਇਨਕਲਾਬੀ ਮਿੱਟੀ ਆ। ਜਦੋਂ ਵੀ ਕੋਈ ਗੱਲ ਕਰਦਾ, ਕੋਈ ਸਿਸਟਮ ਦੇ ਖਿਲਾਫ ਖੜ੍ਹਨ ਦੀ ਗੱਲ ਕਰਦਾ, ਕਿਉਂਕਿ ਅਕਸਰ ਹੀ ਜਿਹੜੀਆਂ ਤਾਕਤਾਂ ਹੁੰਦੀਆਂ ਉਹ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਤੇ ਜ਼ੁਲਮ ਕਰਦੀਆਂ, ਉਹਦੇ ਖਿਲਾਫ ਉੱਠਦੇ ਆ। ਸਮੇਂ ਨਾਲ ਇੱਥੇ ਚੀਜ਼ਾਂ ਆਉਂਦੀਆਂ ਰਹਿੰਦੀਆਂ। ਉਸ ਤੋਂ ਬਾਅਦ 78 ਦੇ ਵਿੱਚ ਜਿਹੜਾ ਨਿਰੰਕਾਰੀ ਕਾਂਡ ਹੁੰਦਾ, ਉਸ ਤੋਂ ਬਾਅਦ ਇੱਕ ਬੜੀ ਵੱਡੀ ਇੱਕ ਚੇਂਜ ਆਈ ਆ। ਉਹ ਚੇਂਜ ਅਗਵਾਈ 'ਚ ਆਈ, ਸੰਤਾਂ ਦੀ ਅਗਵਾਈ 'ਚ ਆਈ ਹੈ। ਉਹਨਾਂ ਦੀ ਸ਼ਖਸੀਅਤ ਦੇ ਪ੍ਰਭਾਵ ਨਹੀਂ ਆਈ ਆ। ਜਿਹੜਾ ਇੱਕ ਵਾਰ ਮਿਲਦਾ ਸੀ। ਹੁਣ ਅਸੀਂ ਤਾਂ ਐਡੇ ਕੱਦ ਵਾਲੇ ਨਹੀਂ ਸੀਗੇ, ਭਾਵੇਂ ਕਿ ਕੋਈ ਸ਼ੱਕ ਨਹੀਂ ਕਿ ਸਾਨੂੰ ਇਹ ਸਾਡੀ ਇੱਕ ਚੰਗੀ ਕਿਸਮਤ ਆ ਕਿ ਜਦੋਂ ਵੀ ਅਸੀਂ ਇੱਥੇ ਆਉਣਾ, ਭਾਵੇਂ ਕਿ ਅਸੀਂ ਫੈਡਰੇਸ਼ਨ ਦਾ ਸਾਡਾ ਦਫ਼ਤਰ ਵੀ ਸੀ ਇੱਥੇ, ਸਾਰਾ ਕੁਝ ਸੀ, ਪਰ ਅਸੀਂ ਸਿੱਧੇ ਜਾ ਕੇ ਸੰਤਾਂ ਨੂੰ ਮਿਲਣ ਦੀ ਸਾਡੀ ਜ਼ਿੰਦਗੀ ਦੇ ਉਹ ਕੁਛ ਪਲ ਐਸੇ ਨੇ। ਅਸੀਂ ਕਹਿਣਾ ਵੀ ਨਾਨਕਸਰ ਵਾਲੇ ਸੰਤਾਂ ਨੇ ਭੇਜਿਆ ਸਾਨੂੰ ਸਿੱਧੇ ਬੁਲਾਉਣਾ ਵੀ ਭੁਜੰਗੀਆਂ ਨੂੰ ਬੁਲਾਓ ਨਾਨਕਸਰ ਵਾਲਿਆਂ ਨੂੰ। ਸਾਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ, ਹਾਲਾਂਕਿ ਅਸੀਂ ਉਹਨੇ ਮੈਚਿਓਰ ਨਹੀਂ ਸੀਗੇ। ਅਸੀਂ ਤਾਂ ਸਿਰਫ ਸੰਤ ਦੀ ਸ਼ਖਸੀਅਤ ਦੇ ਸ਼ਦਾਈ ਸੀਗੇ। ਸਾਨੂੰ ਹੋਰ ਤੁਸੀਂ ਸੰਤਾਂ ਦਾ ਜਦੋਂ ਜ਼ਿਕਰ ਕਰਦੇ ਹੋ, ਤੁਹਾਡੇ ਭਾਵ ਨੇ ਜਿਹੜੇ ਚਿਹਰੇ ਤੇ ਆ ਜਾਂਦੇ ਨੇ, ਅੱਖਾਂ ਤੇ ਆ ਜਾਂਦੇ ਨੇ। ਤੁਹਾਡੀ ਕਦੇ ਆਪਸ ਦੇ ਵਿੱਚ ਕੋਈ ਵਾਰਤਾਲਾਪ, ਕੋਈ ਨਿੱਕੀ ਮੋਟੀ ਵੀ ਹੋਈ ਹੋਵੇ? ਜਿਵੇਂ ਤੁਸੀਂ ਕਹਿੰਦੇ ਹੋ ਕਿ ਵੀ ਉਹ ਬ੍ਰਹਮ ਗਿਆਨੀਆਂ ਦੀ ਤੁਸੀਂ ਗੱਲ ਦੱਸ ਦਿਓ ਵੀ ਨਾਨਕਸਰ ਵਾਲੇ ਮਹਾਂਪੁਰਸ਼ਾਂ ਕੋਲ ਆਉਂਦੇ ਨੇ, ਵੀ ਉੱਥੇ ਆਪਣੇ ਸਰਾਣੇ ਦੇ ਲਾਗੇ ਬਿਠਾਉਂਦੇ ਨੇ ਉਹਨਾਂ ਨੂੰ। ਸੋ ਇਹੀ ਜਿਹੀਆਂ ਬੜੀਆਂ ਗੱਲਾਂ ਤੁਹਾਡੇ ਜ਼ਰੀਏ ਜਾਂ ਤੁਹਾਡੇ ਨਾਲ ਦੇ ਜਿੰਨੇ ਜ਼ਰੀਏ ਸੀਗੇ, ਉਹਨਾਂ ਜ਼ਰੀਏ ਸੰਤਾਂ ਦੀ ਜਿਹੜੀ ਇੱਕ ਸ਼ਖਸੀਅਤ ਹੈ ਉਹ ਵੀ ਸਾਡੇ ਸਾਹਮਣੇ ਆ ਰਹੀ ਹੈ ਕਿ ਉਹ ਇੱਕ ਬ੍ਰਹਮ ਗਿਆਨੀ ਸ਼ਖਸੀਅਤ ਸੀਗੀ, ਨਾ ਸਿਰਫ ਇਕੱਲੇ ਉਹ ਸਿਪਾਹੀ ਸੀਗੇ ਜਾਂ ਜਰਨੈਲ ਸੀ ਜਿਹੜੇ ਕੌਮ ਨੂੰ ਅੱਗੇ ਲੈ ਤੁਰੇ, ਵੀ ਉਹ ਇੱਕ ਉਸ ਅਵਸਥਾ 'ਚ ਸੀਗੇ ਜਿਹੜਾ ਅੱਗਾ ਪਿੱਛਾ ਜਾਣਦੇ ਸੀ। ਤੁਸੀਂ ਵੀ ਇਹ ਗੱਲ ਕੀਤੀ ਕਿ ਤੁਹਾਨੂੰ ਲੱਗਦਾ ਵੀ ਉਹ ਇੱਕ ਖਲਾ ਹੈ ਜਿਹੜਾ ਅੱਜ ਕੌਮ ਦੇ ਵਿੱਚ ਹੈਗਾ? ਬਕਾਇਦਾ ਉਹ ਖਲਾ ਹੈਗਾ, ਕੋਈ ਇਹਦੇ 'ਚ ਕਹਿਣ 'ਚ ਕੋਈ ਗਰੇਜ ਨਹੀਂ ਹੈਗਾ। ਕਿਉਂਕਿ ਵੈਸੇ ਵੀ ਇਹ ਗੱਲ ਹੈ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਮੇਸ਼ਾ ਇਸ ਤਰ੍ਹਾਂ ਦੇ ਲੋਕ ਨਹੀਂ ਆਉਂਦੇ, ਸਮੇਂ ਨਾਲ ਦੇਰ ਬਾਅਦ ਆਉਂਦੇ ਆ ਜੀ, ਜਿਹੜੇ ਕਹਿ ਲਓ ਵੀ ਇੱਕ ਹਲੂਣਾ ਦੇ ਕੇ ਨਿਕਲ ਜਾਂਦੇ ਆ, ਠੀਕ ਹੈ ਨਾ, ਇੱਕ ਹਿਸਟਰੀ ਰਚ ਕੇ ਚਲੇ ਜਾਂਦੇ ਆ। ਉਹ ਅੱਜ ਖਲਾ ਹੈਗਾ, ਇਸ ਖਲਾ ਨੂੰ ਭਾਵੇਂ ਹਾਲੇ ਭਰਿਆ ਨਹੀਂ ਜਾ ਸਕਦਾ, ਪਰ ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀ ਇਸ ਕਰਨੀ ਨੂੰ ਪੜਚੋਲ ਕਰਕੇ, ਇਸ ਕਰਨੀ ਨੂੰ ਸਤਿਕਾਰ ਦੇ ਕੇ ਤੁਸੀਂ ਅਗਲੀ ਜਿਹੜੀ ਪੀੜ੍ਹੀ ਨੂੰ ਜਿਵੇਂ ਕਹਿੰਦੇ ਨੇ ਸੁਰ ਕਰ ਸਕਦੇ ਹੋ। ਜੀ, ਕੋਈ ਸੰਤਾਂ ਦੀ ਜਿਹੜੀਆਂ ਤਕਰੀਰਾਂ ਤੁਸੀਂ ਸੁਣੀਆਂ, ਉਹਨਾਂ ਦੇ ਵਿੱਚੋਂ ਉਵੇਂ ਦੀ ਉਵੇਂ ਤੁਹਾਨੂੰ ਕੋਈ ਗੱਲਾਂ ਚੇਤੇ ਹੋਣ, ਜਾਂ ਕੋਈ ਵਾਕ ਚੇਤੇ ਹੋਵੇ, ਜਾਂ ਕੋਈ ਘਟਨਾ ਚੇਤੇ ਹੋਵੇ,
ਮੈਂ ਚਾਹਾਂਗਾ ਉਹ ਜ਼ਰੂਰ ਸਾਂਝੀ ਨਹੀਂ ਕਰੇ। ਦੇਖੋ, ਘਟਨਾ ਤਾਂ ਇਸ ਤਰ੍ਹਾਂ ਦੀ ਹੈ ਕਿ ਅਸੀਂ ਤੇ ਮੇਰਾ ਤਾਂ ਉਦੋਂ ਉਮਰ ਕਿੰਨੀ ਕੁ ਸੀ ਜੀ, ਮਤਲਬ 19-20 ਸਾਲ ਦਾ ਸੀ। ਅਸੀਂ ਰਾਜਨੀਤੀ ਤੋਂ ਤੇ ਪਰਪੱਕ ਨਹੀਂ ਸੀ, ਪਰ ਸਾਡੇ ਜ਼ਿਹਨ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਅਸੀਂ ਤਾਂ ਕੌਮ ਦੇ ਹੱਕਾਂ ਦੀ ਗੱਲ ਕਰਨੀ ਹੈ। ਸਾਨੂੰ ਕੁਝ ਨਹੀਂ ਸੀ ਦਿੰਦਾ। ਮੈਂ ਭਾਵੇਂ ਮੈਂ ਇਕੱਲਾ ਹਾਂ ਘਰੇ, ਅਤੇ ਬੜਾ ਇਕੱਲੇ ਜਵਾਕ ਦਾ ਬੜਾ ਘਰ ਦੇ ਫਿਕਰ ਕਰਦੇ ਹੁੰਦੇ ਆ, ਪਰ ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ। ਪਰਿਵਾਰ ਨੂੰ ਕਹਿ ਲਓ ਵੀ ਅਸੀਂ ਧੋਖਾ ਦਿੰਦੇ ਸੀ ਜੋ ਸੰਤਾਂ ਦੇ ਪ੍ਰੋਗਰਾਮ 'ਤੇ ਆਉਣਾ, ਇਹ ਨਹੀਂ ਵੀ ਉਹ ਸਾਨੂੰ ਰੋਕਦੇ ਸੀ, ਪਰ ਫਿਰ ਵੀ ਉਹ ਇਸ ਗੱਲ ਤੋਂ ਥੋੜ੍ਹਾ ਜਿਹਾ ਵਰਜਦੇ ਸੀ ਵੀ ਤੁਸੀਂ ਜਿਹੜੇ ਮੁਹਿੰਮਾਂ ਚੱਲਦੀਆਂ ਵਾ ਇਹਨਾਂ 'ਚ ਬਚ ਕੇ ਚੱਲੋ ਜਾਂ ਹੋਰ ਚੱਲੋ। ਸਰਕਾਰਾਂ ਦਾ ਬੜਾ ਵੱਡਾ ਇੱਕ ਜ਼ਬਰ ਸੀਗਾ ਉਸ ਸਮੇਂ 'ਤੇ, ਜਿਵੇਂ ਘਰਦਿਆਂ ਨੇ ਸੁਚੇਤ ਕਰਨਾ। ਬਿਲਕੁਲ। ਜਦੋਂ ਜਿਹੜੀਆਂ ਕਾਂਗਰਸ ਦੀਆਂ ਮੌਜੂਦਾ ਸਰਕਾਰਾਂ ਸੀ, ਚਾਹੇ ਦਰਬਾਰਾ ਸਿੰਘ ਦੀ ਆਈ ਸੀ ਜਾਂ ਗਿਆਨੀ ਜੈਲ ਸਿੰਘ ਦੀਆਂ ਉਦੋਂ ਪਹਿਲਾਂ ਸਰਕਾਰ ਰਹੀ ਆ, ਉਹਨਾਂ ਨੇ ਬੜਾ ਵੱਡਾ ਦਮਨ ਚੱਕਰ ਚਲਾਇਆ। ਇਹ ਸਿੱਖਾਂ ਨੂੰ ਮਤਲਬ ਕਾਫੀ ਜਿਵੇਂ ਕਹਿੰਦੇ ਡੀਗ੍ਰੇਡ ਕਰਨ ਲਈ। ਤੁਸੀਂ ਦੇਖੋ ਕਿ 82 ਦੀਆਂ ਜਿਹੜੀਆਂ ਏਸ਼ੀਆਈ ਖੇਡਾਂ ਸੀ, ਉਹਨਾਂ ਦੇ ਵਿੱਚ ਸਿੱਖਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ, ਇੰਟਰ ਨਹੀਂ ਕਰਨ ਦਿੱਤਾ ਗਿਆ, ਅਤੇ ਉਹ ਕੁਛ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ। ਫਿਰ ਉਸ ਤੋਂ ਬਾਅਦ ਜਿਹੜੇ ਇਸ ਸੰਘਰਸ਼ ਨਾਲ ਜੁੜੇ ਲੋਕ ਸੀ, ਉਹ ਸੰਘਰਸ਼ ਨਾਲ ਜੁੜੇ ਲੋਕਾਂ 'ਤੇ ਬਹੁਤ ਮਾੜਾ ਤਸ਼ੱਦਦ ਕੀਤਾ। ਦੇਖੋ, ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਉਹਨਾਂ ਨੂੰ ਪ੍ਰੈਸਾਂ ਲਾ ਕੇ ਮਾਰ ਦਿੱਤਾ ਗਿਆ, ਉਹਨਾਂ ਨਾਲ ਬਹੁਤ ਬੇਦਰਦੀ ਅਤੇ ਬੇਰਹਿਮੀ ਦਾ ਇੱਕ ਦੌਰ ਚੱਲਿਆ, ਜਿਹੜਾ ਕਿ ਆਪਣੇ ਆਪ ਦੇ ਵਿੱਚ ਮਤਲਬ ਬਿਲਕੁਲ ਉਸ ਅਮੀਰ ਮਨੂੰ ਵਾਲੀ ਜਿਹੜੇ ਸਮੇਂ ਦੀ ਜਿਹੜੀ ਗੱਲ ਹੈ, ਉਹ ਉਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਦੀਆਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਹੜੀਆਂ ਅੱਜ ਵੀ ਸਾਡੇ ਕੋਲ ਹੈ ਨੇ। ਉਹਨਾਂ ਨੇ ਇੱਕ ਜਜ਼ਬਾ ਭਰਤਾ ਸੀ, ਜਿਹੜੀ ਇਹ ਕੌਮੀ ਲੜਾਈ ਬਣ ਗਈ, ਜਿਹੜੀ ਇੱਕ ਪੰਜਾਬ ਦੇ ਹੱਕਾਂ ਦੀ ਲੜਾਈ ਜਿਹੜੀ ਆ, ਉਹ ਕੌਮੀ ਲੜਾਈ ਬਣ ਗਈ। ਸੰਤਾਂ ਨੇ ਬਹੁਤ ਚੰਗਾ ਇੱਕ ਜਿਵੇਂ ਕਹਿ ਦਿੰਦੇ ਆ, ਅਨੰਦਪੁਰ ਦੇ ਮਤੇ ਦੀ ਗੱਲ ਛੋਹ ਕੇ ਉਹਨਾਂ ਨੇ ਪੰਜਾਬ ਦੀ ਗੱਲ ਨਹੀਂ ਸੀ ਕੀਤੀ, ਉਹਨਾਂ ਨੇ ਹਿੰਦੁਸਤਾਨ ਦੀ ਗੱਲ ਕੀਤੀ। ਹਿੰਦੁਸਤਾਨ ਦੇ ਲੋਕਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ, ਜਿਹੜੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਹ ਗੱਲ ਉਦੋਂ ਹੀ ਸਹੀ ਨਿਬੜੇਗੀ ਜਦੋਂ ਵੱਧ ਅਧਿਕਾਰ ਹੋਣਗੇ। ਅੱਜ ਅਸੀਂ ਬਾਹਰਲੇ ਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ, ਚਾਹੇ ਅਮਰੀਕਾ ਦੀ ਗੱਲ ਕਰਦੇ ਹਾਂ, ਚਾਹੇ ਹੋਰ ਵੱਡੇ ਜਿਹੜੇ ਕੰਟਰੀਆਂ ਦੀ ਗੱਲਾਂ ਕਰਦੇ ਹਾਂ, ਜਿਹੜੇ ਤਰੱਕੀ ਯਾਫਤਾ ਲੋਕ ਨੇ, ਉਹਨਾਂ ਦੇ ਵਿੱਚ ਇਹ ਫੈਡਰਲ ਸਿਸਟਮ ਸੀਗਾ ਜਿਹਦੀ ਗੱਲ ਸੰਤਾਂ ਨੇ ਕੀਤੀ ਸੀ, ਜਿਹਦੇ ਵਿੱਚ ਇਹ ਗੱਲ ਕਹੀ ਸੀ ਕਿ ਸਿੱਖਾਂ ਦੇ ਬੋਲ ਬਾਲਿਆਂ ਦੀ ਗੱਲ ਵੀ ਇਹਦੇ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਆ। ਹਿੰਦੁਸਤਾਨ ਇਸੇ ਕਾਨੂੰਨ ਨੂੰ ਲਾਗੂ ਕਰੇ। ਤੋ ਉਹ ਚੀਜ਼ ਸੰਤਾਂ ਵੱਲੋਂ ਜਿਹੜੀ ਲੜਾਈ ਪੰਜਾਬ ਦੇ ਹੱਕਾਂ ਦੀ ਸੀ, ਉਹ ਇੱਕ ਕੌਮੀ ਲੜਾਈ ਬਣ ਗਈ, ਕਿਉਂਕਿ ਸੰਤਾਂ ਦੀ ਇਸ ਮੁਹਿੰਮ ਨੂੰ ਮਾਰਨ ਵਾਸਤੇ ਸਿੱਖਾਂ 'ਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਇਸ ਕਰਕੇ ਇਹ ਲੜਾਈ ਜਿਹੜੀ ਸੀ, ਇਹ ਕੌਮ ਦੀ ਲੜਾਈ ਬਣ ਗਈ, ਜਿਹਦੀ ਅਗਵਾਈ ਸੰਤਾਂ ਨੇ ਕੀਤੀ, ਅਤੇ ਕੌਮ ਜਿਹੜੀ ਆ ਸਾਰੀ ਸੰਤਾਂ ਦੇ ਨਾਲ ਆ ਕੇ ਖੜੀ ਹੋ ਗਈ। ਬੇਸ਼ੱਕ ਉਦੋਂ ਦੇ ਹਾਲਾਤ ਨੇ ਜਿਹੜੇ ਉਹ ਵਰਤਮਾਨ ਦੇ ਸੀਗੇ, ਮੌਜੂਦਾ ਸਮੇਂ ਦੇ ਸੀਗੇ, ਪਰ ਜਿਹੜੀ ਸੰਤਾਂ ਦੀ ਦੂਰਦ੍ਰਿਸ਼ਟੀ ਸੀ, ਜਿਸ ਨਾਲ ਉਹ ਸਾਰਾ ਕੁਝ ਅੱਗਾ ਪਿੱਛਾ ਦੇਖ ਸਕ ਰਹੇ ਸੀਗੇ, ਉਸੇ ਤਰੀਕੇ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਲਾਮਬੰਦੀ ਕੀਤੀ ਅਤੇ ਕੌਮ ਨੂੰ ਸੁਚੇਤ ਕੀਤਾ। ਅਤੇ ਉਹਨਾਂ ਵਿੱਚੋਂ ਹੀ ਕਈ ਅਜਿਹੇ ਜੁਝਾਰੂ ਪੈਦਾ ਹੋਏ। ਭਾਈ ਗੁਰਚਰਨ ਸਿੰਘ ਗਰੇਵਾਲ ਜੀ ਦੀ ਗੱਲ ਕਰ ਰਹੀਏ, ਅਜਿਹੇ ਹੋਰ ਕਈ ਨੌਜਵਾਨ ਪੈਦਾ ਹੋਏ ਜਿਹੜੇ ਅੱਜ ਵੀ ਕੌਮ ਪ੍ਰਸਤੀ ਦੇ ਨਾਮ ਹੇਠ ਆਪਣੀਆਂ ਸੇਵਾਵਾਂ ਦੇ ਰਹੇ ਨੇ। ਭਾਈ ਸਾਹਿਬ, ਇੱਕ ਅਖੀਰਲਾ ਸਵਾਲ, ਕਿਵੇਂ ਅੱਜ ਇੱਕ ਕੌਮ ਨੂੰ, ਸਿੱਖ ਕੌਮ ਨੂੰ ਇਕਸੁਰ ਕੀਤਾ ਜਾ ਸਕਦਾ? ਦੇਖੋ, ਇਹ ਸਵਾਲ ਤਾਂ ਬਹੁਤ ਅੱਛਾ ਵਾ, ਪਰ ਇਸ ਨੂੰ ਫਲੀਭੂਤ ਕਰਨਾ ਬੜਾ ਔਖਾ ਲੱਗ ਰਿਹਾ। ਉਹਦੇ 'ਚ ਕਾਰਨ ਇਹ ਆ ਕਿ ਜਿਹੜੀ ਵੀ ਕੋਈ ਮੁਹਿੰਮ ਹੁੰਦੀ ਆ, ਉਸ ਮੁਹਿੰਮ ਨੂੰ ਤਾਰ-ਪੀੜੋ ਕਰਨ ਲਈ ਸ਼ਕਤੀਆਂ ਜਿਹੜੀਆਂ ਨਾ, ਉਹ ਬਹੁਤ ਵੱਡੇ ਹਥਕੰਡੇ ਬਣਾਉਂਦੀਆਂ। ਪਿਛਲੇ ਸਮਿਆਂ ਦੇ ਵਿੱਚ ਸਾਨੂੰ ਦੀਨਾ ਹੁੰਦਾ ਸੀ ਕਿ ਆਹ ਦੁਸ਼ਮਣ ਹੈ, ਅਸੀਂ ਉਹਦੇ ਨਾਲ ਲੜਨਾ। ਮੌਜੂਦਾ ਸਮੇਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਡਾ ਵਿਰੋਧੀ ਆ, ਉਹਨੇ ਆਪਣੀ ਜਿਹੜੀ ਬਣਤਰ ਹੈ ਉਹਨੂੰ ਤਬਦੀਲ ਕਰ ਲਿਆ। ਉਹ ਤੁਹਾਡੀ ਪਹਿਰਾਵੇ ਵਿੱਚ, ਤੁਹਾਡੀ ਸੁਰ ਦੇ ਵਿੱਚ ਗੱਲ ਕਰਨ ਵਾਲੇ ਨੂੰ ਹੀ ਤੁਹਾਨੂੰ ਮਾਰਨ ਵਾਸਤੇ ਭੇਜਦਾ ਜੀ। ਇਹ ਗੱਲ ਬਹੁਤ ਜ਼ਿਆਦਾ ਖਤਰਨਾਕ ਹੋ ਗਈ ਆ। ਇਸ ਗੱਲ ਦੇ ਵਿੱਚ ਸਾਨੂੰ ਬਹੁਤ ਸੁਚੇਤ ਹੋਣਾ ਪਏਗਾ। ਸਾਨੂੰ ਆਪਣੇ ਮਿਸ਼ਨ ਪ੍ਰਤੀ ਕਲੀਅਰ ਹੋਣਾ ਪਏਗਾ। ਸਾਨੂੰ ਜਿਹੜੀ ਸਿਆਸੀ ਦਲਦਲ ਵਿੱਚੋਂ ਆਪਣੇ ਆਪ ਨੂੰ ਨਿਖਾਰ ਕੇ, ਕਿਉਂਕਿ ਜਿਹੜੀ ਸਿੱਖਾਂ ਦੀ ਰਾਜਨੀਤੀ ਆ, ਉਹ ਰਾਜਨੀਤੀ ਇਕੱਲੀ ਵੋਟ ਰਾਜਨੀਤੀ ਨਹੀਂ ਹੈਗੀ। ਉਹ ਜਿਹੜੀ ਸਿੱਖ ਰਾਜਨੀਤੀ ਆ, ਉਹ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਹੈ। ਤੁਸੀਂ ਸਿੱਖੀ 'ਤੇ ਪਹਿਰਾ ਦਿੰਦੇ ਆ, ਤੁਸੀਂ ਰਾਜਨੀਤੀ ਕਰੋ, ਉਹ ਰਾਜ ਸਥਾਪਿਤ ਕਰੋ ਜਿਹੜਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ। ਉਹ ਵੀ ਰਾਜ ਹੀ ਸੀ,
ਜੀ। ਜੇ ਉਸ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦੇ ਰਾਜ ਵਿੱਚ ਦੁਨੀਆ ਦੇ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਜਿਹੜੇ ਰਾਜ ਦੁਨੀਆ ਤੇ ਸਥਾਪਿਤ ਹੋਏ ਉਹਨਾਂ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਮੈਂ ਇਸ ਗੱਲ 'ਚ ਸ਼ਾਇਦ ਗਲਤ ਨਾ ਹੋਵਾਂ ਕਿ ਉਦੋਂ ਸਿਰਫ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਸਿਰਫ 8% ਸਿੱਖ ਸੀ, ਸ਼ਾਇਦ ਮੈਂ ਨਹੀਂ ਗਲਤ ਇਸ ਗੱਲ 'ਚ। ਉਹਨੇ ਉਸ ਰਾਜ ਦਾ ਕੇਂਦਰ ਜਿਹੜਾ ਉਸ ਰਾਜ ਦਾ ਜਿਹੜਾ ਸਿਧਾਂਤ ਹੈ ਉਹਦਾ ਪੂਰਾ ਪ੍ਰਭਾਵ ਜਿਹੜੇ ਗੁਰੂ ਦੇ ਕਹਿੰਦੇ ਹੁੰਦੇ ਆ ਸਿਧਾਂਤ ਦਾ ਪਰਛਾਵਾਂ ਉਹਦੀ ਰਾਜਨੀਤੀ ਤੇ ਪੈਂਦਾ ਸੀ। ਜਿਹੜੀ ਗੱਲ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ, ਅੱਜ ਵੀ ਅਸੀਂ ਚਾਹਾਂਗੇ ਰਾਜ ਵੋਟਾਂ ਦਾ ਰਵੇ ਨਾ ਰਵੇ, ਪਰ ਤੁਹਾਡਾ ਰਾਜ ਇਸ ਕਰਕੇ ਸਥਾਪਿਤ ਰਹੂਗਾ ਜੇ ਅਸੀਂ ਧਰਮ ਦੇ ਅਧੀਨ ਰਾਜਨੀਤੀ ਲੈ ਕੇ ਚੱਲਾਂਗੇ। ਮੈਂ ਨਹੀਂ ਇਹ ਸਮਝਦਾ ਕਿ ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿਲਾਈ ਜਾਂ ਮਿਲਾਵਟ ਕਰਨ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਮਿਲਾਵਟ ਕਰਨ ਦੀ ਗੱਲ ਕਰਦੇ ਹਾਂ ਫਿਰ ਸਾਡਾ ਹਸ਼ਰ ਉਹ ਹੁੰਦਾ, ਕਿਉਂਕਿ ਮੈਂ ਅਕਾਲੀ ਦਲ ਨਾਲ ਜੁੜਿਆ ਹਾਂ ਅੱਜ ਦੇ ਸਮੇਂ 'ਚ। ਅਕਾਲੀ ਦਲ ਦਾ ਜਿਹੜਾ ਇਹ ਹਸ਼ਰ ਹੋਇਆ, ਇਹ ਹਸ਼ਰ ਉਸ ਕਾਰਨਾਂ ਕਰਕੇ ਹੋਇਆ ਕਿ ਅਸੀਂ ਇਹਨਾਂ ਗੱਲਾਂ ਨੂੰ, ਪੰਥ ਨੂੰ, ਪੰਥਕ ਰਵਾਇਤਾਂ ਨੂੰ, ਪੰਥਕ ਪਰੰਪਰਾਵਾਂ ਨੂੰ ਅਸੀਂ ਥੋੜ੍ਹਾ ਜਿਹਾ ਭੁੱਲ ਗਏ। ਇਸ ਕਰਕੇ ਅੱਜ ਇਸ ਥਾਂ 'ਤੇ ਪਹੁੰਚੇ ਹਾਂ। ਸੋ ਮੈਂ ਇਹ ਗੱਲ ਕਹਿਣਾ ਕਿ ਜੇ ਅੱਜ ਹਿੰਦੁਸਤਾਨ ਦੇ ਸ਼ਾਸਕ ਜਿਹੜੇ ਆ ਉਹ ਓਪਨਲੀ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਅਤੇ ਉਹ ਆਪਦੇ ਹਿੰਦੂ ਦੀ ਗੱਲ ਕਰਦੇ ਆ, ਅਤੇ ਸਾਨੂੰ ਆਪਣੇ ਸਿੱਖੀ ਦੀ ਗੱਲ ਕਰਨ ਦੇ ਵਿੱਚ ਕੋਈ ਗਰੇਜ ਨਹੀਂ। ਤੁਹਾਡੇ ਰਾਜ ਨੂੰ ਗਿਣਤੀ ਨਾ ਕਰੋ ਕਿ ਸਿੱਖ ਤੁਹਾਡੇ ਰਾਜ 'ਚ ਕਿੰਨੇ ਨੇ, ਤੁਹਾਡੀ ਕਾਰਗੁਜ਼ਾਰੀ ਨੂੰ ਵੇਖ ਕੇ ਆਉਣ ਵਾਲੇ ਸਮੇਂ 'ਚ ਡੈਮੋਕ੍ਰੇਸੀ ਸਥਾਪਿਤ ਹੁੰਦੀ ਆ। ਅੱਜ ਤੁਸੀਂ ਦੇਖ ਲਓ ਕਿ ਅਮਰੀਕਾ ਕੈਨੇਡਾ ਵਿੱਚ ਜਿਹੜੇ ਤੁਹਾਡੇ ਸਿੱਖ ਨੇ ਜਿਹੜੇ ਉੱਥੇ ਜਿੱਥੋਂ ਜਿੱਤਦੇ ਆ, ਇਹਦਾ ਮਤਲਬ ਇਹ ਤਾਂ ਨਹੀਂ ਗਾ ਕਿ ਉੱਥੇ ਸਾਰੇ ਸਿੱਖ ਹੁੰਦੇ ਆ। ਉਹਨਾਂ ਦੀ ਉੱਥੇ ਕਾਰਗੁਜ਼ਾਰੀ ਆ, ਉਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਵੋਟ ਪੈਂਦੀ ਆ। ਸੋ ਮੈਂ ਇਹ ਗੱਲ ਚਾਹੂੰਗਾ ਕਿ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਸਿੱਖ ਸਿਆਸਤ ਆ ਉਹ ਪੂਰਨ ਤੌਰ 'ਤੇ ਆਪਣੇ ਗੁਰੂ ਸਾਹਿਬ ਦੇ ਦਿੱਤੇ ਮਾਰਗ 'ਤੇ ਚੱਲਦੇ ਆ, ਪੰਥਕ ਰਵਾਇਤਾਂ ਨੂੰ ਮੁੱਖ ਰੱਖਦੇ ਆ, ਉਹ ਆਪਣੀ ਜਿਹੜੀ ਆ ਇਹ ਲੀਹ 'ਤੇ ਚੱਲੇ। ਅਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਤਰ੍ਹਾਂ 'ਤੇ ਕਿਸੇ ਵੀ ਮੈਦਾਨ ਦੇ ਵਿੱਚ ਉਹਨਾਂ ਨੂੰ ਕੋਈ ਸ਼ਿਕਸਤ ਦਾ ਮੂੰਹ ਦੇਖਣਾ ਪਵੇ। ਜਿੱਥੇ ਆਪਾਂ ਆਪ ਦੀ ਗੱਲ ਕਰਦੇ ਹਾਂ, ਸੋਚ ਦੀ ਗੱਲ ਕਰਦੇ ਹਾਂ, ਸਾਡੀ ਸੋਚ ਤੋਂ ਵੀ ਉੱਪਰ ਆ ਗੁਰੂ ਦੀ ਸ਼ਕਤੀ। ਜਦੋਂ ਤੁਸੀਂ ਗੁਰੂ ਦੀ ਗੱਲ ਕਰਦੇ ਹੋ, ਕੌਮ ਦੀ ਗੱਲ ਕਰਦੇ ਹੋ, ਤਾਂ ਗੁਰੂ ਸਾਹਿਬ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ, ਖਾਲਸਾ ਕਾਲ ਪੁਰਖ ਕੀ ਫੌਜ। ਇਹ ਗੱਲ ਫਿਰ ਗੁਰੂ ਨੂੰ ਵੀ ਲਾਜ ਆ ਜਾਂਦੀ ਹੈ ਜੇ ਅਸੀਂ ਖਾਲਸੇ ਬਣ ਕੇ ਕੋਈ ਵੀ ਕੰਮ ਕਰਾਂਗੇ, ਕਿਸੇ ਵੀ ਫੀਲਡ ਵਿੱਚ ਕਰਾਂਗੇ। ਸੋ ਇਹ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਬਹੁਤ ਔਖਾ ਸਵਾਲ ਹੈ, ਪਰ ਜੇ ਅਸੀਂ ਗੁਰੂ ਪ੍ਰਤੀ ਆਸਥਾ ਰੱਖ ਕੇ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਊਗਾ ਕਿ ਇੱਕ ਚੰਗੇ ਆਸ਼ੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬੰਦੀ ਸਿੰਘਾਂ ਵਾਸਤੇ ਇੱਕ ਉਪਰਾਲਾ ਕੀਤਾ। ਉਸ ਉਪਰਾਲੇ ਨੂੰ ਬੜਾ ਫਲ ਲੱਗਾ। ਆਸ ਕਰਦੇ ਹਾਂ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਕੌਮ ਇਹਨਾਂ ਬਹਾਨਿਆਂ ਨਾਲ ਹੀ ਇਕੱਠੀ ਹੋਵੇ ਅਤੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ। ਇਹ ਵੀ ਕਾਜ਼ ਕੌਮੀ ਕਾਜ਼ ਹੋਣ ਕਰਕੇ ਸਾਰੇ ਇਕੱਠੇ ਹੋਏ ਆ। ਕੱਲ੍ਹ ਨੂੰ ਵੀ ਜਦੋਂ ਵੀ ਸਿਆਸਤ ਹੁੰਦੀ ਆ ਜਾਂ ਕੋਈ ਵੀ ਮੁਹਿੰਮ ਬਣਦੀ ਆ, ਉਹ ਕੌਮ ਦੇ ਮੁਹਿੰਮ ਦੇ ਵਿੱਚ ਸਾਰੇ ਲੋਕ ਇਕੱਠੇ ਹੋਣ ਅਤੇ ਸਿੱਖਾਂ ਦੀ ਜਿਹੜੀ ਸ਼ਕਤੀ ਨੂੰ ਕੋਈ ਰੋਕ ਨਹੀਂ ਸਕਦਾ। ਇਹ ਮੈਂ ਸਮਝਦਾ ਕਿ ਸਾਡੇ ਲਈ ਵੱਡੀ ਲੋੜ ਆ। ਸੋ ਇਹ ਗਹਿਰ ਗੰਭੀਰ ਗੱਲਾਂ ਹੀ ਜਿਹੜੀਆਂ ਕੌਮ ਦਾ ਮੁੱਢ ਬਣਦੀਆਂ ਹੁੰਦੀਆਂ ਨੇ, ਇੱਕ ਨੀਤੀ ਤਹਿਤ ਕਰਦੀਆਂ ਹੁੰਦੀਆਂ ਨੇ, ਇੱਕ ਨੀਤੀ ਤਿਆਰ ਕਰਦੀਆਂ ਹੁੰਦੀਆਂ ਨੇ ਵੀ ਕੌਮ ਨੇ ਕਿਹੜੀਆਂ ਲੀਹਾਂ 'ਤੇ ਅੱਗੇ ਤੁਰਨਾ ਹੈਗਾ। ਭਾਈ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਕਿ ਕੌਮ ਨੂੰ ਆਪਣੇ ਆਪ ਦੇ ਵਿੱਚ ਪਹਿਲਾਂ ਪਰਪੱਕ ਹੋਣਾ ਪਊਗਾ। ਗੁਰੂ ਸਾਹਿਬ ਨੇ ਨਾ ਸਿਰਫ ਸਿੱਖ ਨੂੰ ਆਪ ਪਰਪੱਕ ਹੋਣ ਲਈ ਕਿਹਾ, ਆਪ ਪਰਪੱਕ ਹੋ ਕੇ ਸਮਾਜ ਦਾ ਭਲਾ ਕਰਨ ਲਈ ਵੀ ਕਿਹਾ। ਸਮਾਜ ਦੇ ਵਿੱਚ ਮੌਜੂਦਾ ਸਮੇਂ ਜਿਸ ਤਰ੍ਹਾਂ ਦੀ ਖਾਨਾ ਜੰਗੀ ਚੱਲ ਰਹੀ ਹੈਗੀ ਹੈ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿੱਖਾਂ ਦਾ ਇੱਕ ਵੱਡਾ ਜਿਹੜਾ ਜ਼ਿੰਮੇਵਾਰੀ ਬਣਦੀ ਹੈ ਸਰਬੱਤ ਦੇ ਭਲੇ ਨੂੰ ਪੂਰੀ ਦੁਨੀਆ ਦੇ ਵਿੱਚ ਉਹ ਸਿਧਾਂਤ ਨੂੰ ਲਾਗੂ ਕਰਨ ਦੀ। ਸੋ ਭਾਈ ਸਾਹਿਬ ਉਸੇ ਸਰਬੱਤ ਦੇ ਭਲੇ ਨੂੰ ਦੁਨੀਆ ਵਿੱਚ ਲਾਗੂ ਕਰਨ ਦੀ ਜਿਹੜੀ ਗੱਲ ਕਰ ਰਹੇ ਨੇ, ਜਿਸ ਲਈ ਜ਼ਰੂਰੀ ਹੈ ਕਿ ਅਸੀਂ ਆਪ ਪਹਿਲਾਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਬਹੁਤ ਮਿਹਰਬਾਨੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।